ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਦੇਸ਼ ਦੀ ਤਰੱਕੀ ਜਾਂ ਕਿਸੇ ਵੀ ਖਿੱਤੇ ਦੀ ਤਰੱਕੀ ਜੇ ਨਾਪਣੀ ਹੋਵੇ ਤਾਂ ਜੇਬ ਦੇਖੀ ਜਾਂਦੀ ਹੈ, ਜੇਬ ਵਿੱਚ ਵਜਨ ਕਿੰਨਾ ਹੈਗਾ। ਜਦੋਂ ਜੇਬ ਦੀ ਗੱਲ ਆਉਂਦੀ ਹੈ ਤਾਂ ਭਾਰਤ ਇਹ ਦਾਅਵਾ ਕਰਦਾ ਹੈ ਕਿ ਆਰਥਿਕ ਤੌਰ ਤੇ ਅਸੀਂ ਬਹੁਤ ਮਜ਼ਬੂਤ ਹੋਏ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋ ਜਾਵਾਂਗੇ। 5 ਟ੍ਰਿਲੀਅਨ ਤੱਕ ਦੇ ਸੁਪਨੇ ਦੇਸ਼ ਦੇ ਵਿੱਚ ਦਿਖਾਏ ਜਾ ਰਹੇ ਆ। ਇਸ ਦੇ ਵਿਚਾਲੇ ਜਦੋਂ ਓਵਰਆਲ GDP ਦੀ ਗੱਲ ਹੁੰਦੀ ਹੈ ਆਲਮੀ ਪੱਧਰ ਤੇ ਤਾਂ ਉੱਥੇ ਭਾਰਤ ਆਪਦੇ ਆਪ ਨੂੰ ਚੌਥੇ ਨੰਬਰ ਤੇ ਖੜਾ ਹੋਇਆ ਦਿਖਾਈ ਦਿੰਦਾ ਹੈ। ਪਰ ਇਸ ਵਿਚਾਲੇ ਇੱਕ ਅੰਕੜਾ ਸਾਡੇ ਸਾਹਮਣੇ ਪਿਆ ਕਿ ਮਜ਼ਦੂਰ ਖੁਦਕੁਸ਼ੀ ਕਰਦੇ ਪਏ। NCRB ਦਾ ਡਾਟਾ ਉਹ। ਇਸ ਦੇ ਵਿਚਾਲੇ ਇੱਕ ਅੰਕੜਾ ਸਾਡੇ ਕੋਲ ਇਹ ਵੀ ਹੈ ਕਿ ਦੇਸ਼ ਦੇ ਵਿੱਚ ਅਮੀਰ ਬਹੁਤ ਜ਼ਿਆਦਾ ਤੇ ਉਹ ਆਲਮੀ ਸੂਚੀ ਦੇ ਵਿੱਚ ਵੀ ਨਾਮ ਨਾ ਖੜਦੇ ਪਏ ਆ। ਇਕਨੋਮੀ ਦੇ ਪੱਖੋਂ ਚਾਈਨਾ, ਅਮਰੀਕਾ ਦੇ ਮਾਮਲੇ 'ਚ ਅਸੀਂ ਕਿੱਥੇ ਖੜੇ ਹਾਂ, ਇਹ ਸਾਰੇ ਸਵਾਲ ਸਾਡੇ ਸਾਹਮਣੇ ਹੈ। ਪਰ ਦੇਸ਼ ਦਾ ਅਰਥਚਾਰਾ ਸਾਡੀ ਜੇਬ ਵਿੱਚ ਕੀ ਰੱਖਦਾ ਪਿਆ, ਇਹ ਸਵਾਲ ਵੀ ਸਾਡੇ ਅੱਗੇ ਪਿਆ, ਕਿਉਂਕਿ ਤੇਲ ਤੇ ਹੋਰ ਜਿਹੜੀਆਂ ਵਸਤਾਂ ਹੈਗੀਆਂ ਜਿਹੜੀਆਂ ਮਹਿੰਗਾਈ ਦੇ ਅੰਕੜੇ ਨੂੰ ਲਗਾਤਾਰ ਛੂ ਰਹੀਆਂ, ਉਹ ਸਵਾਲ ਸਾਡੇ ਅੱਗੇ ਖੜਾ ਹੈ। ਹਾਲਾਂਕਿ ਇਹਨਾਂ ਮੁੱਦਿਆਂ ਤੇ ਡਿਬੇਟ ਸਾਡੇ ਸਟੂਡੀਓ ਵਿੱਚੋਂ ਆਊਟ ਹੈ, ਪਤਾ ਨਹੀਂ ਕਿਉਂ ਆਊਟ ਹੈ। ਇਸੇ ਕਰਕੇ ਮੈਂ ਸਵਾਲ ਪੁੱਛ ਰਿਹਾ, ਕਿੱਥੇ ਖੜੀ ਭਾਰਤ ਦੀ ਇਕਨੋਮੀ। ਤੁਹਾਨੂੰ ਫਟਾਫਟ ਪੁਆਇੰਟਰ ਦੱਸ ਦਈਏ ਤੇ ਉਸ ਤੋਂ ਬਾਅਦ ਇਸ ਮੁੱਦੇ ਤੇ ਖਾਸ ਮਹਿਮਾਨ ਸਾਡਾ ਮੌਜੂਦ ਹੋਣ ਕਿ ਭਾਰਤ ਦੇ ਅਰਥਚਾਰੇ ਤੇ ਦੇਸ਼ ਭਰ ਵਿੱਚ ਪੱਖਵੀਂ ਬਹਿਸ ਹੋ ਰਹੀ ਹੈ ਕਿ ਅਰਥਚਾਰਾ ਬੜਾ ਮਜ਼ਬੂਤ ਹੈ, ਸਾਡਾ ਰੁਪਈਆ ਬੜਾ ਮਜ਼ਬੂਤ ਹੋ ਗਿਆ, ਪਰ ਡਾਲਰ ਕਿੰਨਾ ਮਜ਼ਬੂਤ ਹੋਇਆ ਉਸ ਦੀ ਗੱਲ ਨਹੀਂ ਹੋ ਰਹੀ। ਵਿਕਾਸ ਦਰ ਦੇ ਮਾਮਲੇ 'ਚ ਚੌਥੇ ਨੰਬਰ ਤੇ ਭਾਰਤ ਹੈ। ਇਹ ਦੁਨੀਆ ਦਾ ਅੰਕੜਾ ਜਿਹੜਾ ਦੱਸਿਆ ਜਾ ਰਿਹਾ ਤੇ ਅਸੀਂ ਕਿਹਨੂੰ ਕ੍ਰੋਸ ਕਰ ਲਿਆ ਉਹ ਸਾਡੇ ਮਹਿਮਾਨ ਦੱਸਣਗੇ। ਲਗਾਤਾਰ ਵਿਦੇਸ਼ੀ ਮੁਦਰਾ ਭੰਡਾਰ ਸਾਡਾ ਘਟਦਾ ਪਿਆ। ਉਹ ਕਿਉਂ ਘਟਦਾ ਪਿਆ, ਕਿੱਥੇ ਖਰਚ ਕਰਦੇ ਪਏ ਅਸੀਂ? ਕਿਉਂਕਿ ਜਿਹੜੇ ਦੇਸ਼ ਕੋਲੇ ਵਿਦੇਸ਼ੀ ਮੁਦਰਾ ਭੰਡਾਰ ਵੱਧਦਾ ਹੁੰਦਾ ਇਹਦਾ ਮਤਲਬ ਉਹਦੀ ਇਕਨੋਮੀ ਮਜ਼ਬੂਤ ਹੁੰਦੀ ਪਈ ਹੈ। ਪਰ ਜੇ ਵਿਦੇਸ਼ੀ ਮੁਦਰਾ ਭੰਡਾਰ ਘਟਦਾ ਪਿਆ ਇਹਦਾ ਮਤਲਬ ਬਹੁਤ ਸਾਰੇ ਸਵਾਲ ਹੈ। ਮਹਿੰਗਾਈ ਕਾਬੂ ਹੇਠ ਹੈ, ਇਹ ਦਾਅਵਾ ਸਰਕਾਰ ਕਰਦੀ ਹੈ ਤੇ ਜਦੋਂ ਇਹ ਦਾਅਵਾ ਕਰਦੀ ਹੈ ਤੇ ਉਹ 'ਤੇ ਬਹਿਸ ਹੁੰਦੀ ਹੈ। ਆਮ ਆਦਮੀ ਕਹਿੰਦਾ ਤੇਲ 100 ਰੁਪਏ ਦੇ ਨੇੜੇ ਸਾਨੂੰ ਮਿਲਦਾ ਪਿਆ, ਕਿਹੜੀ ਮਹਿੰਗਾਈ ਕਾਬੂ ਹੇਠ ਹੈ? ਗੋਭੀ ਇੰਨੀ ਮਹਿੰਗੀ ਹੈ, ਦਾਲ ਇੰਨੀ ਮਹਿੰਗੀ ਹੈ, ਥਾਲੀ ਸਾਡੀ ਇੰਨੀ ਮਹਿੰਗੀ ਹੈ, ਰਸੋਈ ਦਾ ਬਜਟ ਵਿਗੜਿਆ ਹੋਇਆ ਤੇ ਫਿਰ ਮਹਿੰਗਾਈ ਕਾਬੂ ਹਟ ਕਿਵੇਂ ਹੈ? ਕੇਂਦਰੀ ਖਜ਼ਾਨਾ ਮੰਤਰੀ ਅਤੇ RBI ਗਵਰਨਰ ਦੇ ਬਿਆਨਾਂ ਵਿੱਚ ਫਰਕ ਜਦੋਂ ਮਹਿਸੂਸ ਹੁੰਦਾ ਤੇ ਉਦੋਂ ਸਾਡੇ ਸਾਹਮਣੇ ਸਵਾਲ ਖੜੇ ਹੁੰਦੇ ਆ ਕਿ ਦੇਸ਼ ਵਿੱਚ ਮਜ਼ਦੂਰਾਂ ਦੀ ਖੁਦਕੁਸ਼ੀ ਦੇ ਅੰਕੜੇ ਆ ਜਿਹੜੇ ਉਹ ਵਾਧੇ ਪਏ ਆ ਤੇ ਚਿੰਤਾ ਕਿਉਂ ਵੱਧਦੀ ਪਈ ਹੈ? ਚਿੰਤਾ ਵੱਧਦੀ ਪਈ ਹੈ ਇਸ ਕਰਕੇ ਕੋਈ ਮਜ਼ਦੂਰ ਖੁਦਕੁਸ਼ੀ ਕਰਦੇ ਪਏ। ਜੇ ਸਾਡੀ ਅਰਥ ਵਿਵਸਥਾ ਇੰਨੀ ਮਜ਼ਬੂਤ ਹੁੰਦੀ ਪਈ ਹੈ ਤੇ ਖੁਦਕੁਸ਼ੀ ਕਿਉਂ ਹੋ ਰਹੀ ਹੈ? ਦੁਨੀਆ ਦੇ ਅਮੀਰਾਂ 'ਚ ਸ਼ੁਮਾਰ ਭਾਰਤੀ ਵੀ ਚਰਚਾ ਦਾ ਵਿਸ਼ਾ ਬਣੇ ਆ। ਕਹਿੰਦੇ ਕੁਝ ਅਮੀਰ ਹੈਗੇ ਆ ਜਿਹੜੇ ਹੋਰ ਅਮੀਰ ਹੋ ਗਏ ਆ, ਉਹ ਕਿਹੜੇ ਅਮੀਰ ਹੈਗੇ ਆ ਤੇ ਉਹ ਚਰਚਾ ਦਾ ਵਿਸ਼ਾ ਕਿਉਂ ਬਣੇ ਹੋਏ ਆ? ਸਵਾਲ ਇਹ ਵੀ ਹੋਣੇ ਚਾਹੀਦੇ। ਕੱਚੇ ਤੇਲ ਦੀਆਂ ਕੀਮਤਾਂ ਅਤੇ ਜਿਹੜਾ ਡਾਲਰ ਹੈ ਉਹ ਲਗਾਤਾਰ ਚੜ੍ਹਦਾ ਪਿਆ ਤੇ ਉਹ ਸਾਨੂੰ ਚੜ੍ਹਾ ਵੀ ਰਿਹਾ ਤੇ ਇਹ ਮੁੱਦਾ ਬਹੁਤ ਗੰਭੀਰ ਹੈ। ਇਸ ਤੇ ਵਿਚਾਰ ਕਰਨਾ ਬਣਦਾ ਹੈ ਤੇ ਡਾਕਟਰ ਰਾਜੀਵ ਖੋਸਲਾ ਸਾਡੇ ਨਾਲ ਮੌਜੂਦ ਹੋਣਗੇ। ਡਾਕਟਰ ਰਾਜੀਵ ਖੋਸਲਾ ਨੇ ਪਿੱਛੇ ਜਿਹੇ ਇੱਕ ਆਰਟੀਕਲ ਵੀ ਲਿਖਿਆ ਸੀਗਾ ਜਿਹਦੇ ਵਿੱਚ ਉਹ ਕਹਿੰਦੇ ਸੀ ਮਹਿੰਗਾਈ ਸਾਡਾ ਖਹਿੜਾ ਕਿਉਂ ਨਹੀਂ ਛੱਡਦੀ ਗਈ, ਤੇ ਅੱਜ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡਾ ਅਰਥਚਾਰਾ ਕਿੰਨਾ ਮਜ਼ਬੂਤ ਹੋਇਆ, ਮਹਿੰਗਾਈ ਖਹਿੜਾ ਕਿਉਂ ਨਹੀਂ ਛੱਡਦੀ। 2 ਦਹਾਕਿਆਂ ਦਾ ਤਜਰਬਾ ਤੇ ਇਹ ਤਕਰੀਬਨ ਉਹਨਾਂ ਸਾਰੇ ਅੰਕੜਿਆਂ ਤੇ ਕੰਮ ਕਰਦੇ ਆ ਜਿਹੜੇ ਦੇਸ਼ ਦੇ ਅਰਥਚਾਰੇ ਨੂੰ ਬਿਆਨ ਕਰਨ ਲਈ ਕਾਫੀ ਹੁੰਦੇ ਆ। ਡਾਕਟਰ ਰਾਜੀਵ ਖੋਸਲਾ ਨੂੰ 2 ਦਹਾਕਿਆਂ ਦਾ ਤਜਰਬਾ। ਡਾਕਟਰ ਖੋਸਲਾ ਤੁਹਾਡਾ ਬਹੁਤ ਸਵਾਗਤ ਹੈ ਸਰ। ਮਿਹਰਬਾਨੀ ਜੀ। ਡਾਕਟਰ ਖੋਸਲਾ ਮੈਂ ਪਹਿਲਾਂ ਹੀ ਕਹਿ ਦਿੰਦਾ ਕਿ ਸਾਡੇ ਦਰਸ਼ਕਾਂ ਨੂੰ ਬਾਹਲਾ ਅੰਕੜਿਆਂ 'ਚ ਉਲਝਾਈਓ ਨਾ, ਸੌਖਾ ਸਮਝਾ ਦਿਓ। ਮੈਨੂੰ ਤਾਂ ਇਹ ਦੱਸ ਦਿਓ ਕਿ ਦੇਸ਼ ਦਾ ਅਰਥਚਾਰਾ ਕਿੱਥੇ ਖੜਾ ਤੇ ਆਲਮੀ ਪੱਧਰ ਤੇ ਦੁਨੀਆ ਦੇ ਪੱਧਰ ਤੇ ਵਿੱਚ ਸਾਡੀ GDP ਕਿੱਥੇ ਹੈ? ਡਾਕਟਰ ਖੋਸਲਾ ਦੇਖੋ ਜੀ, ਸਾਡਾ ਜਿਹੜਾ ਮੈਂ ਜੇ ਇਸ ਚੀਜ਼ ਨੂੰ ਠੀਕ ਸਮਝ ਰਿਹਾ ਤਾਂ ਤੁਹਾਡਾ ਇਸ਼ਾਰਾ ਜਿਹੜਾ ਹੈ ਇਸ ਵੇਲੇ ਜਿਹੜੀ ਭਾਰਤ ਦੇ ਵਿੱਚ ਇੱਕ ਜਿਹੜੀ ਉਪਲਬਧੀ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਵੀ ਅਸੀਂ ਚੌਥੇ ਨੰਬਰ ਤੇ GDP ਦੇ ਵਿੱਚ ਪਹੁੰਚ ਗਏ ਹਾਂ, ਵੀ ਸ਼ਾਇਦ ਤੁਸੀਂ ਉਹਦੀ ਗੱਲ ਕਰ ਰਹੇ ਹੋ ਤੇ ਤੁਸੀਂ ਉਹਦੇ ਬਾਰੇ ਚਰਚਾ ਕਰਨਾ ਚਾਹੁੰਦੇ ਹੋ ਜੀ। ਇਹ ਠੀਕ ਹੈ ਜੀ ਵੀ ਹਿੰਦੁਸਤਾਨ ਜਿਹੜਾ ਹੈ ਇਸ ਵੇਲੇ GDP ਦੇ ਵਿੱਚ ਉੱਥੇ ਪਹੁੰਚ ਗਿਆ ਜਿੱਥੇ ਟੌਪ ਦੇ ਮੁਲਕ ਜਿਹੜੇ ਨੇ ਸ਼ੁਮਾਰ ਨੇ। ਅਸੀਂ ਪਹਿਲੇ 5ਵਾਂ ਨੰਬਰ ਛੱਡ ਕੇ ਚੌਥੇ ਨੰਬਰ ਤੇ ਹੁਣ ਪਹੁੰਚ ਗਏ ਹਾਂ। ਅਸੀਂ ਇੰਗਲੈਂਡ ਨੂੰ, UK ਨੂੰ ਪਿੱਛੇ ਛੱਡਿਆ। ਪਰ ਇੱਥੇ ਜਿਹੜੀਆਂ 1-2 ਚੀਜ਼ਾਂ KP ਜੀ ਦੇਖਣ ਵਾਲੀਆਂ ਵੀ ਇਹ ਜਿਹੜਾ ਨੰਬਰ ਹੈਗਾ ਜੇ ਅਸੀਂ ਇਹਨੂੰ ਮੋਟੇ ਤੌਰ ਤੇ ਦੇਖਦੇ ਹਾਂ ਤਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤਾਂ ਇਹ ਚੀਜ਼ ਨਜ਼ਰ ਆਉਂਦੀ ਹੈ। ਪਰ ਜਦੋਂ ਅਸੀਂ ਇਹਨੂੰ ਜੇ ਮੈਂ ਇਹ ਕਹਾਂ ਵੀ ਇੱਕ ਮੇਜ਼ ਪਈ ਹੈ ਤਾਂ ਉਹ ਸਿਰਫ ਇੱਕ ਮੇਜ਼ ਜਿਹੜੀ ਹੈ
ਅਸੀਂ ਇੱਕ ਮੇਜ਼ ਨੂੰ ਜੇ ਇਦਾਂ ਹੀ ਦੇਖਾਂਗੇ ਵੀ ਇੱਕ ਮੇਜ਼ ਪਈ ਹੈ ਤਾਂ ਉਹ ਕਿੱਡੀ ਵੱਡੀ ਹੈ ਕਿੱਡੀ ਛੋਟੀ ਹੈ, ਅਸੀਂ ਉਹਦੀ ਡਾਈਮੈਂਸ਼ਨਸ ਲੈ ਕੇ ਗੱਲ ਕਰਦੇ ਹਾਂ। ਜਦੋਂ ਅਸੀਂ ਉਹਨੂੰ ਰਿਲੇਟਿਵ ਟਰਮਸ ਦੇ ਵਿੱਚ ਗੱਲ ਕਰਦੇ ਹਾਂ ਵੀ ਉਹ ਮੇਜ਼ ਜਿਹੜੀ ਹੈ ਬਾਕੀ ਮੇਜ਼ਾਂ ਦੇ ਮੁਕਾਬਲੇ ਕਿੱਦਾਂ ਪਰਫਾਰਮ ਕਰ ਰਹੀ ਹੈ, ਤਾਂ ਉੱਥੇ ਗੱਲ ਜਿਹੜੀ ਹੈ ਰੀਅਲ ਟਰਮਸ ਦੇ ਵਿੱਚ, ਰਿਲੇਟਿਵ ਟਰਮਸ ਦੇ ਵਿੱਚ ਜਿਹੜੀ ਗੱਲ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਕੰਪੇਅਰ ਕਰਦੇ ਹਾਂ, ਕੰਪੈਰੀਜ਼ਨ ਦੇ ਨਾਲ ਠੀਕ ਬਣਦੀ ਹੈ। ਹੁਣ ਹਿੰਦੁਸਤਾਨ ਐਬਸੋਲੂਟ ਟਰਮਸ ਦੇ ਵਿੱਚ ਜੀਡੀਪੀ ਦੇ ਨੰਬਰਾਂ ਦੇ ਵਿੱਚ ਉੱਪਰ ਚਲਾ ਗਿਆ। ਉਹ ਕਿਉਂ ਗਿਆ ਅਸੀਂ ਉਹਦੀ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਰਦੇ ਹਾਂ ਜੀ। ਪਰ ਜਿਹੜੀ ਜੇ ਅਸੀਂ ਇਹ ਦੇਖੀਏ ਇਹਦਾ ਜਿਹੜਾ ਦੂਜਾ ਪੱਖ ਹੈ ਵੀ ਇੰਗਲੈਂਡ ਜਿਹੜੀ ਉਹ ਵੀ ਤਾਂ ਥੱਲੇ ਗਈ ਹੈ। ਸਿੱਧੇ ਸ਼ਬਦਾਂ ਵਿੱਚ ਖੋਸਲਾ ਸਾਹਿਬ ਇਹ ਕਹਿ ਦਿਓ ਨਾ, ਸਿੱਧੇ ਸ਼ਬਦਾਂ ਵਿੱਚ ਇਹ ਕਹਿ ਦਿਓ ਕਿ ਭਾਰਤ ਮਜ਼ਬੂਤ ਨਹੀਂ ਹੋਇਆ, ਇੰਗਲੈਂਡ ਕਮਜ਼ੋਰ ਹੋ ਗਿਆ ਸੀ, ਅਸੀਂ ਅੱਗੇ ਆ ਗਏ, ਇਹੀ ਕਹਿਣਾ ਚਾਹ ਰਹੇ ਹੋ? ਮੈਂ ਇਹਨੂੰ ਹੋਰ ਵੀ ਇਹਨੂੰ ਵਿਸਤਾਰ ਤੇ ਦੱਸ ਦਿੰਦਾ। ਹਿੰਦੁਸਤਾਨ ਦੀ ਜਿਹੜੀ ਜੀਡੀਪੀ ਪ੍ਰਤੀ ਵਿਅਕਤੀ ਜਿਹੜੀ ਜੀਡੀਪੀ ਹੈ ਉਹ ਇੰਗਲੈਂਡ ਦੇ ਮੁਕਾਬਲੇ 20 ਗੁਣਾ ਘੱਟ ਹੈ। ਜੋ ਇੰਗਲੈਂਡ ਅੱਜ ਨਜ਼ਰ ਆ ਰਿਹਾ ਉੱਥੇ ਅਸੀਂ 1920 ਜੋ ਇੰਗਲੈਂਡ 1920 ਦੇ ਵਿੱਚ ਸੀ ਉੱਥੇ ਹਿੰਦੁਸਤਾਨ ਅੱਜ ਵੀ ਨਹੀਂ ਪਹੁੰਚਿਆ। ਅਸੀਂ 100 ਸਾਲ ਉਸ ਤੋਂ ਪਿੱਛੇ ਚੱਲ ਰਹੇ ਹਾਂ। ਉਹਨਾਂ ਟਰਮਸ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤਾਂ ਇਹ ਬਿਲਕੁਲ ਜਿਹੜਾ ਕੰਪੈਰੀਜ਼ਨ ਹੈ ਉਹ ਨਹੀਂ ਕੀਤਾ ਜਾ ਸਕਦਾ। ਫਿਰ ਦੂਜੀ ਚੀਜ਼ ਜਿਹੜੀ ਹੈ ਕੇਪੀ ਜੀ, ਇੰਗਲੈਂਡ ਦੇ ਉੱਤੇ ਜਿਹੜੀ ਮਾਰ ਪਈ ਹੈ ਉਹ ਰਸ਼ੀਆ ਦੇ ਕਾਰਨ ਜ਼ਿਆਦਾ ਪਈ ਹੈ। ਜਿਹੜੀ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ, ਨੈਚੁਰਲ ਗੈਸ ਨਹੀਂ ਪਹੁੰਚ ਰਹੀ, ਤੇਲ ਜਿਹੜਾ ਹੈਗਾ ਉਹ, ਉੱਥੇ ਮਹਿੰਗਾਈ ਜਿਹੜੀ ਹੈ ਬਹੁਤ ਜ਼ਿਆਦਾ। ਇਹ ਕੁਝ ਇਦਾਂ ਦੇ ਫੈਕਟਰਸ ਨੇ ਜਿਨ੍ਹਾਂ ਨੇ ਨੋ ਡਾਊਟ ਹਿੰਦੁਸਤਾਨ ਤੇ ਵੀ ਫਰਕ ਪਾਇਆ, ਪਰ ਇੰਗਲੈਂਡ ਵਰਗੀ ਅਰਥ ਵਿਵਸਥਾ ਤੇ ਜ਼ਿਆਦਾ ਫਰਕ ਪਾਇਆ। ਨਹੀਂ ਖੋਸਲਾ ਸਾਹਿਬ, ਮੈਨੂੰ ਇੱਕ ਚੀਜ਼ ਸਮਝਾਓ ਨਾ, ਅਸੀਂ ਬੱਲੇ ਬੱਲੇ ਭਾਰਤ ਨਾ ਕਹੀਏ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ, ਆਪਾਂ ਬੱਲੇ ਬੱਲੇ ਜ਼ਰੂਰ ਕਹੀਏ, ਲੇਕਿਨ ਬੱਲੇ ਬੱਲੇ ਦੇ ਨਾਲ ਅਸੀਂ ਇਹ ਵੀ ਦੇਖੀਏ ਨਾ ਵੀ ਉਹਦੇ ਥੱਲੇ ਥੱਲੇ ਕੀ ਹੈਗਾ। ਹੁਣ ਇਹ ਜਿਹੜੀ ਹਿੰਦੁਸਤਾਨ ਦੀ ਜੀਡੀਪੀ ਹੈ, ਜਿਹੜੀ ਭਾਰਤੀ ਅਰਥਚਾਰਾ ਅਸੀਂ ਕਹਿੰਦੇ ਵੀ ਉੱਪਰ ਆ ਗਿਆ, ਉਹ ਤਾਂ ਠੀਕ ਹੈ, ਲੇਕਿਨ ਕਿਆ ਇਹ ਮੈਂ ਜਿਹੜੀ ਗੱਲ ਪਹਿਲਾਂ ਕਹੀ ਹੈ ਵੀ ਇਹਨੂੰ ਰੀਅਲ ਟਰਮਸ ਦੇ ਵਿੱਚ ਦੇਖਣਾ ਪੈਂਦਾ, ਇਹਨੂੰ ਕੰਪੈਰੀਟਿਵ ਟਰਮਸ। ਚਲੋ ਮੈਂ ਖੋਸਲਾ ਸਾਹਿਬ ਸਿੱਧਾ ਸਵਾਲ, ਖੋਸਲਾ ਸਾਹਿਬ ਮੈਂ ਥੋੜਾ ਸਵਾਲ ਰਿਫਾਈਨ ਕਰ ਦਿੰਦਾ। ਅਸੀਂ ਕਿੰਨੀ ਦੇਰ ਸਸਟੇਨ ਕਰ ਸਕਦੇ ਹਾਂ ਇਸੇ ਜੀਡੀਪੀ ਦੇ ਆਧਾਰ ਤੇ, ਇਸੇ ਚੌਥੇ ਸਥਾਨ ਤੇ? ਅਸੀਂ ਕੁਆਟਰ ਵਾਈਜ਼ ਆਪਦੇ ਆਪ ਨੂੰ ਅਪ ਮੰਨੀਏ, ਜਾਂ ਸਾਡੇ ਕੋਲੇ ਫਿਊਚਰ ਪਲਾਨ ਇਹੋ ਜਿਹਾ ਹੈਗਾ ਕਿ ਅਸੀਂ ਆਪ ਹੀ ਅਪ ਜਾਵਾਂਗੇ, ਡਾਊਨ ਨਹੀਂ ਹੋਵਾਂਗੇ? ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਸਰ, ਖੋਸਲਾ ਸਾਹਿਬ ਮੈਂ ਉਹਨੂੰ ਧਿਆਨ 'ਚ ਰੱਖ ਕੇ ਸਵਾਲ ਕਰ ਰਿਹਾ। ਕੇਪੀ ਜੀ ਦੇਖੋ, ਇਹ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਨਾ ਵੀ ਇਹ ਕਿੰਨਾ ਟਾਈਮ ਲੱਗ ਸਕਦਾ, ਦੂਸਰੇ ਸ਼ਬਦਾਂ ਦੇ ਵਿੱਚ ਕਿੰਨੇ ਟਾਈਮ ਦੇ ਵਿੱਚ ਇੰਗਲੈਂਡ ਰਿਕਵਰ ਕਰਦੀ ਹੈ। ਜਿਹੜਾ ਬ੍ਰਿਟਿਸ਼ ਇਕਨੋਮੀ ਹੈ ਜਿਹੜੀ ਥੱਲੇ ਗਈ ਹੈ ਉਹ ਕਿੰਨਾ ਛੇਤੀ ਰਿਕਵਰ ਕਰਦੀ ਹੈ, ਇਹ ਉਹਦੇ ਉੱਤੇ ਜ਼ਿਆਦਾ ਨਿਰਭਰਤਾ ਹੈ। ਹਿੰਦੁਸਤਾਨ ਕਿੱਥੇ ਹੈ ਉਹ ਇੱਕ ਅਲੱਗ ਪ੍ਰਸ਼ਨ ਹੈ, ਉਹ ਸਾਡੇ ਲਈ ਇੰਪੋਰਟੈਂਟ ਹੋ ਸਕਦਾ ਹੈ, ਲੇਕਿਨ ਜਦੋਂ ਅਸੀਂ ਅੰਤਰਰਾਸ਼ਟਰੀ ਪ੍ਰਪੇਖ ਦੇ ਵਿੱਚ ਗੱਲ ਕਰਦੇ ਤਾਂ ਇੰਗਲੈਂਡ ਕਿੱਥੇ ਪਰਫਾਰਮ ਕਰ ਰਹੀ ਹੈ, ਕਿੰਨੀ ਛੇਤੀ ਉਹ ਰਿਕਵਰ ਕਰੇਗੀ ਉਹਦੇ ਉੱਤੇ ਡਿਪੈਂਡ ਕਰੇਗਾ। ਲੇਕਿਨ ਜੋ ਹਾਲਾਤ ਹੈ ਉਹਨਾਂ 'ਚ ਇਦਾਂ ਲੱਗਦਾ ਵੀ ਹਜੇ ਟਾਈਮ ਲੱਗੇਗਾ। ਤੁਸੀਂ ਕ੍ਰਿਕਟ ਮੈਚ ਵਾਂਗੂ ਖੋਸਲਾ ਸਾਹਿਬ, ਇੰਗਲੈਂਡ ਦੇ ਲਈ ਵੀ ਖੋਸਲਾ ਸਾਹਿਬ ਤੁਸੀਂ ਕ੍ਰਿਕਟ ਮੈਚ ਵਾਂਗੂ ਭੁਲੇਖਾ ਜਿਹਾ ਪਾਈ ਜਾਂਦੇ ਆ। ਅਸੀਂ ਬਾਕੀਆਂ ਦੀ ਜਿੱਤ ਹਾਰ ਦੇਖਦੇ ਰਹੀਏ, ਉਸ ਤੋਂ ਬਾਅਦ ਅਸੀਂ ਆਪਦੇ ਪੁਆਇੰਟ ਬਣਾਵਾਂਗੇ, ਅਸੀਂ ਉੱਥੇ ਹੀ ਖੜੇ ਹਾਂ। ਮੈਂ ਕੇਪੀ ਜੀ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੁੰਦਾ ਸੀ। ਦੇਖੋ, ਜਿਹੜੀ ਸਾਡੀ ਜੀਡੀਪੀ ਹੈ, ਜਿਹੜੀ ਹਿੰਦੁਸਤਾਨ ਦੀ ਜੀਡੀਪੀ ਹੈ ਜਿਹੜੀ ਵਧੀ ਹੈ, ਉਹ ਆਪਾਂ ਇਹ ਵੀ ਤਾਂ ਦੇਖੀਏ ਨਾ ਜੀ, ਉਹਦੇ ਵਧਣ ਦੇ ਨਾਲ ਜਿਹੜੀ ਮੈਂ ਗੱਲ ਕਹੀ ਹੈ ਵੀ 20 ਗੁਣਾ ਅਸੀਂ ਸਾਡੇ ਜਿਹੜੇ ਫਰਕ ਜਿਹੜਾ ਹੈ ਇਨਕਮਸ ਦੇ ਵਿੱਚ, ਉੱਥੇ ਦੀ ਆਮਦਨ ਲੋਕਾਂ ਦੀ ਔਰ ਹਿੰਦੁਸਤਾਨ ਦੀ ਆਮਦਨ ਜਿਹੜੀ ਹੈ 20 ਗੁਣਾ ਦਾ ਫਰਕ ਹੈ। ਇਹਦੇ 'ਚ ਹੋਰ ਪਾੜਾ ਜਿਹੜਾ ਵੱਧਦਾ ਜਾ ਰਿਹਾ, ਲਗਾਤਾਰ ਇਨਇਕੁਐਲਿਟੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਹੁਣ ਸਾਡੀ ਜਿਹੜੀ ਜੀਡੀਪੀ ਨੂੰ ਜਦ ਤੱਕ ਅਦਾਨੀ ਅੰਬਾਨੀ ਜਦ ਤੱਕ ਉੱਪਰਲੇ ਟੌਪ ਦੇ ਬਿਲੀਅਨੇਅਰਸ ਡਰਾਈਵ ਕਰਨਗੇ, ਜਦ ਤੱਕ ਉਹ ਉੱਪਰ ਨੂੰ ਲੈ ਕੇ ਜਾਈ ਜਾਣਗੇ, ਸਾਡੀ ਜੀਡੀਪੀ ਉੱਤੇ ਜਾਈ ਜਾਏਗੀ ਜੀ। ਤਾਂ ਇਹ ਕਿੰਨੀ ਦੇਰ ਉੱਥੇ ਰਹੇਗੀ ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਇਹ ਡਿਪੈਂਡ ਕਰੇਗਾ ਇੰਗਲੈਂਡ ਕਿੰਨੀ ਛੇਤੀ ਰਿਕਵਰ ਕਰਦਾ। ਚਲੋ ਬਹੁਤ ਮੁਸ਼ਕਿਲ ਹੈ, ਖੋਸਲਾ ਸਾਹਿਬ ਨੇ ਕਹਿਤਾ। ਵੈਸੇ ਚਰਚਾ ਵੀ ਮੁਸ਼ਕਿਲ ਹੁੰਦੀ ਹੈ, ਹੋ ਸਕਦਾ ਮੈਨੂੰ ਸਵਾਲ ਵੀ ਨਾ ਪੁੱਛਣੇ ਆਉਂਦੇ ਹੋਣ, ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਕੁਝ ਸਰਮਾਏਦਾਰਾਂ ਦੇ ਹੱਥ ਭਾਰਤ ਦੀ ਇਕਨੋਮੀ ਹੈ। ਜੇ ਕੁਝ ਸਰਮਾਏਦਾਰਾਂ ਦੇ ਹੱਥ ਹੈ ਤਾਂ ਫਿਰ ਸਾਡੇ ਜਿਹੜੇ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਉਹ ਹੋਰ ਵਧੇਗਾ। ਸਵਾਲ ਇਹ ਹੈ, ਕੋਈ ਡਿਮਾਂਡ ਸਪਲਾਈ ਜਦੋਂ ਪਾੜਾ ਵੱਧਦਾ ਹੈ ਉਦੋਂ ਇਕਨੋਮੀ 'ਤੇ ਅਸਰ ਪੈਂਦਾ ਹੈ, ਅਤੇ ਉਸੇ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੇ ਅਰਥ ਸ਼ਾਸਤਰੀ ਹੈ ਕਿ ਉਹ ਅੰਕੜੇ ਤੁਹਾਡੇ ਅੱਗੇ ਰੱਖ ਦਿੰਦੇ ਆ।
ਵਾਪਸ ਆ ਕੇ ਹੋਰ ਸਵਾਲ ਕਰਾਂਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਡਾਕਟਰ ਖੋਸਲਾ। ਕੁਝ ਅਮੀਰਾਂ ਦੇ ਹੱਥ ਹੈ ਭਾਰਤ ਦੀ ਚਾਬੀ, ਮੈਂ ਇਸ ਨੂੰ ਇਸ ਤਰੀਕੇ ਸਮਝਾਂ? ਬਿਲਕੁਲ ਠੀਕ ਹੈ ਜੀ। ਇਸ ਵੇਲੇ ਜੋ ਹਾਲਾਤ ਨੇ, ਦੇਖੋ ਜਦੋਂ ਅਸੀਂ ਕੁਝ ਜਿਹੜੇ ਪਿਛਲੇ ਅੰਕੜੇ ਆਏ ਨੇ, ਜੇ ਅਸੀਂ ਉਹਨਾਂ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਇਹ ਚੀਜ਼ ਕਲੈਰਿਟੀ ਹੋ ਜਾਂਦੀ ਹੈ। ਆਪਾਂ ਦੇਖਦੇ ਹਾਂ ਵੀ ਇੱਕ ਅੰਕੜਾ ਨਿਕਲਿਆ ਵੀ ਅਦਾਨੀ ਸਾਹਿਬ ਪੂਰੇ ਵਿਸ਼ਵ ਦੇ ਵਿੱਚ ਦੂਜੇ ਨੰਬਰ ਤੇ ਪਹੁੰਚ ਗਏ ਹੈ ਵੈਲਥ ਵਾਈਜ਼, ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਔਰ ਵੈਲਥ ਹੈ। ਇਸ ਦੇ ਨਾਲ ਹੀ ਕਈ ਇਦਾਂ ਦੀਆਂ ਇੰਟਰਨੈਸ਼ਨਲ ਰਿਪੋਰਟਾਂ ਆਈਆਂ KPG ਪਿਛਲੇ ਦਿਨਾਂ ਦੇ ਵਿੱਚ, ਜਿਨ੍ਹਾਂ ਨੇ ਇਹ ਚੀਜ਼ ਨੂੰ ਬੜਾ ਸਿੱਧੇ ਤੌਰ ਤੇ ਉਚਾਰਿਆ ਵੀ ਹਿੰਦੁਸਤਾਨ ਦੇ ਵਿੱਚ ਇਨਇਕੁਐਲਿਟੀ ਜਿਹੜੀ ਹੈ ਵੱਧ ਰਹੀ ਹੈ। ਮੈਂ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ, ਵਰਲਡ ਇਨਇਕੁਐਲਿਟੀ ਦੀ ਰਿਪੋਰਟ ਆਈ ਹੈ ਪਿਛਲੇ ਸਾਲ ਨਵੰਬਰ-ਦਸੰਬਰ ਦੇ ਵਿੱਚ। ਉਹਨੇ ਕਿਹਾ ਹਿੰਦੁਸਤਾਨ ਜਿਹੜੀ ਹੈ ਇੱਕ ਇਦਾਂ ਦੀ ਅਰਥ ਵਿਵਸਥਾ ਜਿੱਥੇ ਸਭ ਤੋਂ ਜ਼ਿਆਦਾ ਇਨਇਕੁਐਲਿਟੀ ਹੈ। ਟੌਪ ਦੇ ਜਿਹੜੇ 1% ਲੋਕ ਨੇ, ਉਹਨਾਂ ਦੇ ਹੱਥਾਂ ਦੇ ਵਿੱਚ 22% ਜਿਹੜੀ ਹੈ ਹਿੰਦੁਸਤਾਨ ਦੀ ਟੋਟਲ ਆਮਦਨ ਹੈ। 1% ਲੋਕਾਂ ਦੇ ਹੱਥਾਂ 'ਚ 22% ਆਮਦਨ, ਤੇ ਜਿਹੜਾ ਥੱਲੇ ਵਾਲਾ 50% ਤਬਕਾ ਉਹਦੇ ਕੋਲ ਸਿਰਫ 13% ਆਮਦਨ ਹੈ। ਇਸ ਦੇ ਨਾਲ ਹੀ ਆਕਸਫੈਮ ਦੀ ਰਿਪੋਰਟ ਆਈ ਹੈ, ਆਕਸਫੋਰਡ ਯੂਨੀਵਰਸਿਟੀ ਦੀ ਜਾਂ ਆਕਸਫੈਮ ਵਾਲਿਆਂ ਦੀ ਜਿਹੜੀ ਰਿਪੋਰਟ ਆਈ ਹੈ, ਉਹਨਾਂ ਨੇ ਕਿਹਾ ਵੀ 2020 ਤੋਂ ਲੈ ਕੇ 2021 ਦੇ ਦਰਮਿਆਨ 102 ਬਿਲੀਅਨਰਸ ਤੋਂ ਵੱਧ ਕੇ ਹਿੰਦੁਸਤਾਨ ਦੇ ਵਿੱਚ 142 ਹੋ ਗਏ। ਇਸ ਦੇ ਨਾਲ ਹੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਇੱਕ ਰਿਪੋਰਟ ਆਈ ਸੀ, ਉਹਨਾਂ ਨੇ ਕਿਹਾ ਵੀ 23 ਕਰੋੜ ਲੋਕ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ ਕਰੋਨਾ ਦੇ ਕਾਰਨ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ। ICE ਦੀ ਇੱਕ ਰਿਪੋਰਟ ਆਈ ਸੀ, ICE 360, ਉਹਦਾ ਇੱਕ ਸਰਵੇ ਆਇਆ ਸੀ। ਉਹ ਕਹਿੰਦਾ ਵੀ ਜਿਹੜੇ ਥੱਲੇ ਵਾਲੇ 20% ਲੋਕ ਨੇ, ਉਹਨਾਂ ਦੀ ਜਿਹੜੀ ਆਮਦਨ ਹੈ ਉਹ 1,37,000 ਰੁਪਏ ਤੋਂ ਘਟ ਕੇ ਹੁਣ 65,000 ਹੋ ਗਈ ਹੈ, ਜੋ ਕਿ 53% ਬਣਦੀ ਹੈ। ਜਦਕਿ ਜਿਹੜਾ ਉੱਪਰਲਾ ਤਬਕਾ ਹੈ, ਉਹਦੀ ਜਿਹੜੀ ਇਨਕਮ ਹੈ ਉਹ 5,26,000 ਤੋਂ 7,31,000 ਪਹੁੰਚ ਗਈ ਹੈ ਕਰੋਨਾ ਦੇ ਕਾਰਨ। ਇਹਦਾ ਮਤਲਬ ਹੈ 39%। ਤਾਂ ਸਾਨੂੰ ਇੱਕ ਕੇ ਸ਼ੇਪ ਰਿਕਵਰੀ ਜਿਹੜੀ ਹੈ, ਜਿਹਦਾ ਕੇ ਜਿਹੜਾ ਅੰਗਰੇਜ਼ੀ ਦਾ ਇੱਕ ਅਲਫਾਬੈਟ ਹੈ ਕੇ, ਜਿਹਦਾ ਉੱਪਰਲਾ ਡੰਡਾ ਜਿਹੜਾ ਇਹ ਦੱਸਦਾ ਵੀ ਉੱਪਰਲੇ ਲੋਕ ਤਾਂ ਅਮੀਰ ਹੋਈ ਜਾ ਰਹੇ ਹਨ, ਪਰ ਜਿਹੜੇ ਥੱਲੜੇ ਲੋਕ ਨੇ ਉਹ ਗਰੀਬੀ ਰੇਖਾ ਵੱਲ ਧੱਕੇ ਜਾ ਰਹੇ ਹਨ। ਤਾਂ ਬੜੀ ਲਾਜ਼ਮੀ ਜੀ ਗੱਲ ਹੈ ਵੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜਾ ਪਾੜਾ ਹੈ ਉਹ ਵੱਧ ਰਿਹਾ। ਖੋਸਲਾ ਸਾਹਿਬ, ਜਿਹੜੇ ਅਮੀਰ ਹੈਗੇ ਆ ਉਹਨਾਂ ਨੂੰ ਅਮੀਰ ਹੋਰ ਬਣਾ ਕੇ ਦੇਸ਼ ਖੱਟਣਾ ਕੀ ਚਾਹੁੰਦਾ? ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ, ਇੱਕ ਤਾਂ ਇਹ ਹੁੰਦਾ ਨਾ ਕਿ ਬਾਹਰਲੇ ਤੁਹਾਡੀ ਬੱਲੇ ਬੱਲੇ ਕਰਨਾ, ਅਸੀਂ ਬਾਹਰ ਦੁਨੀਆ ਨੂੰ ਦੱਸ ਸਕੀਏ ਵੀ ਸਾਡੀ ਅਰਥ ਵਿਵਸਥਾ ਇਸ ਪੱਧਰ ਤੇ ਪਹੁੰਚ ਗਈ ਹੈ, ਪਰ ਜੋ ਤੁਸੀਂ ਕਹਿੰਦੇ ਹੋ ਕਿ ਇੱਕ ਰਿਪੋਰਟ ਸਾਡੇ ਕੋਲੇ ਪਈ ਹੈ 1% ਲੋਕਾਂ ਦੇ ਕੋਲੇ ਸਾਡੀ 22% ਜਿਹੜੀ ਵਰਥ ਹੈਗੀ ਹੈ। ਹਾਂ, ਮੇਰਾ ਸਵਾਲ ਹੈ ਖੋਸਲਾ ਸਾਹਿਬ, ਅਸੀਂ ਹੋਰ ਅਮੀਰਾਂ ਨੂੰ ਅਮੀਰ ਕਰਕੇ GDP ਦੇ ਅੰਕੜੇ ਤਾਂ ਦਰੁਸਤ ਕਰਵਾ ਸਕਦੇ ਹਾਂ, ਪਰ ਜਿਹੜਾ ਜ਼ਮੀਨੀ ਪੱਧਰ ਤੇ ਮੇਰੀ ਜੇਬ ਵਿੱਚ ਕੀ ਹੈਗਾ ਉਹਦੇ ਬਾਰੇ ਕੀ ਕਰਨਾ ਪਊਗਾ? ਖੋਸਲਾ ਸਾਹਿਬ ਹਾਲ ਦੱਸਿਓ, ਮੈਨੂੰ ਕਾਰਨ ਨਾ ਦੱਸਿਓ ਸਰ। ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ ਜੀ। ਦੇਖੋ, ਜਿਹੜਾ ਇਹ ਇੱਕ ਨੈਕਸਸ ਦੇ ਵਿੱਚ ਕੰਮ ਚੱਲ ਰਿਹਾ, ਮੈਨੂੰ ਹਾਲਾਂਕਿ ਮੇਰੀ ਪੋਲੀਟੀਕਲ ਸਮਝ ਜਿਹੜੀ ਹੈ ਥੋੜੀ ਘੱਟ ਹੀ ਹੈ, ਪਰ ਜਿੰਨਾ ਕਿ ਮੈਨੂੰ ਸਮਝ ਆ ਰਿਹਾ ਹੈ ਸਾਰੀ ਗੱਲ ਦਾ, ਜਿਹੜਾ ਇਹ ਸਾਰੀ ਗੇਮ ਜਿਹੜੀ ਹੈ ਇਲੈਕਟੋਰਲ ਬੌਂਡਸ, PM ਕੇਅਰਸ, ਕਿਆ ਇਹ ਉਸ ਡਾਇਰੈਕਸ਼ਨ ਵੱਲ ਜਾਂਦੀ ਹੈ ਵੀ ਇੱਕ ਨੈਕਸਸ ਦੇ ਵਿੱਚ ਕੰਮ ਚੱਲੇ, ਜਿਹਦੇ ਵਿੱਚ ਸਾਰਾ ਜਿਹੜਾ ਸਰਮਾਏਦਾਰੀ ਸਿਸਟਮ ਹੈ ਉਹ ਤਾਂ ਖੱਟੀ ਜਾਵੇ, ਤਾਂ ਜਿਹੜਾ ਥੱਲੜੇ ਵਾਲਾ ਤਬਕਾ ਉਹ ਮਾਰਿਆ ਜਾ ਰਿਹਾ, ਜੋ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਵਰਲਡ ਬੈਂਕ, IMF ਜਿਹੜਾ ਹੈ ਜੋ ਇਹ ਚੀਜ਼ਾਂ ਚਾਹੁੰਦੇ ਨੇ, ਜਾਂ ਜਿੱਦਾਂ ਲੱਗ ਰਿਹਾ ਵੀ ਆ ਜਿਹੜੇ ਮੁਲਕ ਨੇ, ਬੰਗਲਾਦੇਸ਼ ਦਾ ਸਾਡੇ ਸਾਹਮਣੇ ਕੇਸ ਹੈ, ਪਾਕਿਸਤਾਨ ਦਾ ਕੇਸ ਹੈ, ਸ਼੍ਰੀਲੰਕਾ ਦਾ ਕੇਸ ਹੈ, ਇਸ ਤੋਂ ਪਹਿਲਾਂ ਅਰਜਨਟੀਨਾ ਦਾ ਕੇਸ ਸੀਗਾ ਜਾਂ ਬ੍ਰਾਜ਼ੀਲ ਦਾ ਕੇਸ ਸੀਗਾ। ਇਹਨਾਂ ਸਾਰੇ ਮੁਲਕਾਂ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ ਤਾਂ ਇਦਾਂ ਲੱਗਦਾ ਵੀ ਇਹ ਇੱਕ ਘਟਨਾਕ੍ਰਮ ਜਿਹੜਾ ਬਣ ਰਿਹਾ ਇੰਟਰਨੈਸ਼ਨਲੀ ਔਰ ਨੈਸ਼ਨਲੀ ਇੱਕ ਨੈਕਸਸ ਦੇ ਵਿੱਚ ਕੰਮ ਚੱਲ ਰਿਹਾ, ਜਿੱਥੇ ਕਾਰਪੋਰੇਟਸ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਆਮ ਜਨਤਾ ਤੇ ਬਿਨਾ। ਹੁਣ ਤੁਸੀਂ ਪੁੱਛਿਆ ਵੀ ਇਹਦਾ ਵੇ ਆਊਟ ਕੀ ਹੈ? ਵੇ ਆਊਟ ਤਾਂ ਇਹ ਵੀ ਲੋਕ ਜਿਹੜੇ ਨੇ ਇਹਦੇ ਬਾਰੇ
ਜਾਗਰਤ ਰਹਿਣ, ਲੋਕਾਂ ਨੂੰ ਪਤਾ ਲੱਗੇ। ਜਿਹੜੇ ਤੁਹਾਡੇ ਵਰਗੇ ਪੱਤਰਕਾਰ ਨੇ ਜਿਹੜੇ ਬੜੇ ਜ਼ਿੰਮੇਵਾਰੀ ਦੇ ਨਾਲ ਇਹ ਚੈਨਲਸ, ਜਿੱਦਾਂ ਤੁਸੀਂ ਗੱਲ ਕੀਤੀ ਹੈ ਆਪਣੇ ਇੰਟਰੋਡਕਟਰੀ ਰਿਮਾਰਕਸ ਦੇ ਵਿੱਚ, ਬਈ ਲੋਕਾਂ ਤੱਕ ਇਹ ਗੱਲਾਂ ਪਹੁੰਚਣ। ਜਿਹੜੀ ਗੱਲਾਂ ਨਹੀਂ ਪਹੁੰਚ ਰਹੀਆਂ ਜਾਂ ਲੋਕ ਉਹਨੂੰ ਨਹੀਂ ਸਮਝ ਰਹੇ, ਇੰਨਾ ਕੁ ਉਹਨੂੰ ਔਖਾ ਬਣਾਇਆ ਹੋਇਆ ਸਿਸਟਮ ਨੂੰ ਵੀ ਕਿਸੇ ਦੇ ਦਿਮਾਗ 'ਚ ਇਹ ਗੱਲ ਪੈ ਨਾ ਜਾਵੇ, ਤਾਂ ਜਦ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ ਆਮ ਜਨਤਾ ਵਿੱਚ ਜਾਗਰਤੀ ਨਹੀਂ ਆਏਗੀ। ਅੱਛਾ, ਜਿਹੜੇ ਇੱਕ ਪੋਲੀਟੀਕਲ ਬਿਆਨ ਆਉਂਦੇ ਆ ਕਿ ਸਾਡਾ ਹਾਲ ਵੀ ਸ਼੍ਰੀਲੰਕਾ ਵਰਗਾ ਹੋ ਜਾਊਗਾ, ਅਸੀਂ ਕਿਸ ਲੈਵਲ ਤੇ ਜਾ ਰਹੇ ਹਾਂ, ਮੋਦੀ ਸਾਹਿਬ ਆਏ ਤਾਂ ਇਕਨੋਮੀ ਦਾ ਪੱਠਾ ਬਹਿ ਗਿਆ, ਉਹਨਾਂ ਵਿੱਚ ਕੋਈ ਦਮ ਹੈਗਾ ਖੋਸਲਾ ਸਾਹਿਬ? ਕਿਉਂਕਿ ਇੱਕ ਪਾਸੇ ਸਾਡੇ ਸਾਹਮਣੇ ਬੜੀ ਸੋਹਣੀ ਪਿਕਚਰ ਹੈ, ਚੌਥੇ ਨੰਬਰ ਤੇ ਖੜੇ ਆ, ਪੰਜਵੇਂ ਤੇ ਖੜੇ ਆ, 5 ਟ੍ਰਿਲੀਅਨ ਦੇ ਵੱਲ ਜੇ ਅਸੀਂ ਜਾਣਾ ਹੈ ਖੋਸਲਾ ਸਾਹਿਬ, ਦੂਜੇ ਪਾਸੇ ਕਹਿੰਦੇ ਸ਼੍ਰੀਲੰਕਾ ਵਰਗੇ ਹੋ ਜਾਓਗੇ ਤੁਸੀਂ, ਇੱਦਾਂ ਨਾ ਕਰੋ। ਉਹ ਕਿਹੜੇ ਬਿਆਨ ਹੁੰਦੇ ਆ ਖੋਸਲਾ ਸਾਹਿਬ? ਮੈਨੂੰ ਉਹ ਤਾਂ ਦੱਸੋ ਨਾ। ਮੈਨੂੰ ਤਾਂ ਐਂ ਉਹ ਪਾੜਾ ਇਹੋ ਜਿਹਾ ਲੱਗਦਾ ਜਿਹੜਾ ਤੁਸੀਂ ਦੱਸ ਦਿਓ 1% ਵਾਲਾ ਤੇ ਬਾਕੀ 50% ਵਾਲਾ। ਸਟੈਟਿਸਟਿਕਸ ਦੀ ਇੱਕ ਬਿਊਟੀ ਹੈ ਜੀ, ਸਟੈਟਿਸਟਿਕਸ ਦੀ ਬਹੁਤ ਹੀ ਖੂਬਸੂਰਤੀ ਹੈ ਵੀ ਸਟੈਟਿਸਟਿਕਸ ਜਿਹੜਾ ਹੈ ਜੋ ਤੁਸੀਂ ਦਿਖਾਣਾ ਚਾਹੁੰਦੇ ਹੋ ਉਹ ਦਿਖਾ ਲਓ ਤੁਸੀਂ। ਸਟੈਟਿਸਟਿਕਸ ਦੇ ਤਾਂ ਦੋਵੇਂ ਪੱਖ ਹੁੰਦੇ ਨੇ, ਉਹਦਾ ਜਿੱਦਾਂ ਅਸੀਂ ਸਿੱਕੇ ਦੇ ਵਿੱਚ ਦੇਖਦੇ ਹਾਂ ਹੈਡਸ ਵੀ ਹੈ ਟੇਲਸ ਵੀ ਹੈ, ਇਸੇ ਤਰੀਕੇ ਦੇ ਨਾਲ ਸਟੈਟਿਸਟਿਕਸ ਦੇ ਵੀ ਦੋਨੋਂ ਪੱਖ ਹੈ। ਤੁਸੀਂ 50% ਕਿਹੜਾ ਦਿਖਾਉਣਾ ਚਾਹੁੰਦੇ ਹੋ? ਜੇ ਆਪਾਂ 50% ਦੀ ਗੱਲ ਕਰੀਏ, ਅੱਧਾ 50% ਤੁਸੀਂ ਚੰਗੀ ਵਾਲੀ ਚੀਜ਼ ਦਿਖਾਉਣਾ ਚਾਹੁੰਦੇ ਹੋ ਜਾਂ 50% ਤੁਸੀਂ ਮਾੜੀ ਵਾਲੀ ਚੀਜ਼ ਦਿਖਾਉਣਾ ਚਾਹੁੰਦੇ ਹੋ, ਉਹ ਤਾਂ ਹੈ ਸਟੈਟਿਸਟਿਕਸ ਦੀ ਗੱਲ। ਹੁਣ ਜਿੱਥੇ ਤੱਕ ਤੁਸੀਂ ਸਵਾਲ ਪੁੱਛਿਆ ਵੀ ਕਿਆ ਅਸੀਂ ਸ਼੍ਰੀਲੰਕਾ ਵਾਲਾ ਹਾਲ ਹੋ ਰਿਹਾ, ਤਾਂ ਦੇਖੋ ਹਿੰਦੁਸਤਾਨ ਬਹੁਤ ਵੱਡਾ ਇੱਕ ਮੁਲਕ ਹੈ, ਸ਼੍ਰੀਲੰਕਾ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇਹ ਨਿੱਕੇ ਨਿੱਕੇ ਮੁਲਕ ਨੇ। ਸਾਡੇ ਇੱਕ ਦੋ ਸੂਬੇ ਜਿਹੜੇ ਨੇ ਉਹ ਇਹਨਾਂ ਦੇ ਬਰਾਬਰ ਨੇ ਇਹਨਾਂ ਮੁਲਕਾਂ। ਤਾਂ ਹਿੰਦੁਸਤਾਨ ਦੇ ਉੱਤੇ ਹਜੇ ਤਾਂ ਇਹੋ ਜਿਹੀ ਨੌਬਤ ਕੋਈ ਨਹੀਂ ਹੈਗੀ ਵੀ ਹਿੰਦੁਸਤਾਨ ਨੂੰ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਪ੍ਰੋਬਲਮ ਆ ਰਹੀ ਹੈ। ਫੋਰਨ ਐਕਸਚੇਂਜ ਸਾਡੇ ਕੋਲ ਭਾਵੇਂ ਗਿਰਿਆ $80 ਬਿਲੀਅਨ ਗਿਰਿਆ ਹੈਗਾ, ਲੇਕਿਨ ਹਜੇ ਵੀ ਇੰਨਾ ਫੋਰਨ ਸਾਡੇ ਕੋਲ ਐਕਸਚੇਂਜ ਹੈ ਵੀ ਅਸੀਂ ਅਗਲੇ 8 ਤੋਂ 9 ਮਹੀਨੇ ਤੱਕ ਪੇਮੈਂਟਸ ਕਰ ਸਕਦੇ। ਸਾਡਾ 60 ਤੋਂ 62 ਬਿਲੀਅਨ ਇੱਕ ਮਹੀਨੇ ਦਾ ਖਰਚਾ ਹੁੰਦਾ ਜੋ ਅਸੀਂ ਇੰਪੋਰਟ ਕਰਦੇ ਹਾਂ, ਤੇਲ ਤੋਂ ਹੋਰ ਕਮੋਡਿਟੀਜ਼ ਤੋਂ, ਅਲੱਗ-ਅਲੱਗ ਵਸਤਾਂ ਤੋਂ ਜੋ ਅਸੀਂ ਇੰਪੋਰਟ ਕਰਦੇ ਹਾਂ। ਤਾਂ ਸਾਡੇ ਕੋਲ 7-8 ਮਹੀਨੇ ਦਾ ਰਿਜ਼ਰਵ ਪਿਆ, ਉਹਦੇ ਪ੍ਰਤੀ ਸਾਨੂੰ ਡਰਨ ਵਾਲੀ ਗੱਲ ਤਾਂ ਨਹੀਂ ਹੈ। ਲੇਕਿਨ ਇਹਦੇ ਨਾਲ ਹੀ ਹੁਣ ਦੂਸਰੀ ਚੀਜ਼ ਜਿਹੜੀ ਆਉਂਦੀ ਹੈ ਵੀ ਜਿਹੜੇ ਜਿਸ ਤਰੀਕੇ ਦੇ ਨਾਲ ਸਟੇਟਸ ਦੇ ਉੱਤੇ ਕਰਜ਼ਾ ਵੱਧ ਰਿਹਾ, ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਉੱਤੇ ਕਰਜ਼ਾ ਵੱਧ ਰਿਹਾ, ਉਹ ਇੱਕ ਚੀਜ਼ ਜ਼ਰੂਰ ਡਰਾਉਣ ਵਾਲੀ ਹੈ, ਜਿਹਦੇ ਲਈ ਸਾਨੂੰ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ। ਦੇਖੋ ਹਿੰਦੁਸਤਾਨ ਦੇ ਉੱਤੇ ਕਰਜ਼ਾ ਜਿਹੜਾ ਸੀ ਐਤਕੀ ਦਾ ਜਿਹੜਾ ਬਜਟ ਹੈ ਉਹ ਕਹਿੰਦਾ ਜੀ 139 ਲੱਖ ਕਰੋੜ ਦਾ ਹਿੰਦੁਸਤਾਨ ਦੇ ਉੱਤੇ ਕਰਜ਼ਾ, ਤੇ ਇਹ ਕਰਜ਼ਾ ਜਿਹੜਾ ਹੈ 31 ਮਾਰਚ 2023 ਤੱਕ ਜੋ ਕਿ ਸਰਕਾਰ ਨੇ ਮਿਥਿਆ, ਰਿਜ਼ਰਵ ਬੈਂਕ ਦੇ ਡਾਕੂਮੈਂਟਸ ਕਹਿੰਦੇ ਨੇ ਵੀ 155 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਏਗਾ। ਹੁਣ ਇਹ ਜਿਹੜਾ ਇੰਨਾ ਕਰਜ਼ਾ ਸਾਡੇ ਉੱਤੇ ਚੜ ਰਿਹਾ ਹੈ, ਇਹ ਕਿਤੇ ਨਾ ਕਿਤੇ ਘਾਤਕ ਹੈ। ਜੇ ਇਹ ਕਿਉਂਕਿ ਅਸੀਂ ਸ਼੍ਰੀਲੰਕਾ ਜਾਂ ਪਾਕਿਸਤਾਨ ਦੇ ਵਿੱਚ ਵੀ ਦੇਖੀਏ ਤਾਂ ਕਰਜ਼ਿਆਂ ਦੇ ਨਾਲ ਮਾਰੀਆਂ ਗਈਆਂ ਨੇ ਇਕਨੋਮੀਜ਼ ਜਿਹੜੀਆਂ। ਜੇ ਹੁਣ ਫ੍ਰੀ ਦੀਆਂ ਚੀਜ਼ਾਂ ਦੇਣੀਆਂ, ਮੁਫਤ ਕੋਈ ਸਹੂਲਤਾਂ ਦੇਣੀਆਂ, ਕਰਜ਼ੇ ਲੈ ਕੇ ਦੇਣੀਆਂ, ਤਾਂ ਉਹ ਕਿਸੇ ਵੀ ਦੇਸ਼ ਦੇ ਲਈ ਘਾਤਕ ਹੀ ਹੋਣਗੀਆਂ। ਇਹ ਸਾਡੇ ਲਈ ਇੱਕ ਵਾਰਨਿੰਗ ਸਿਗਨਲ ਹੈ। ਸਾਨੂੰ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਵੀ ਇੱਕ ਪਿਛਲੇ ਸਾਲ ਅਕਤੂਬਰ-ਨਵੰਬਰ ਦੇ ਵਿੱਚ ਚਿੱਠੀ ਲਿਖ ਕੇ ਇਹ ਸਾਨੂੰ ਦੱਸਿਆ ਵੀ ਤੁਹਾਡਾ ਕਰਜ਼ੇ ਜਿਹੜੇ ਨੇ ਅਨਸਸਟੇਨੇਬਲ ਹੋ ਰਹੇ ਨੇ। ਜਿਹੜਾ ਸੈਂਟਰ ਗਵਰਨਮੈਂਟ ਦਾ ਕਰਜ਼ਾ 40% ਹੋਣਾ ਚਾਹੀਦਾ GDP ਦੇ, ਉਹ 60% ਹੋ ਗਿਆ। 20% ਅਸੀਂ ਜ਼ਿਆਦਾ ਕਰਜ਼ਾ ਲੈ ਚੁੱਕੇ ਹਾਂ ਜੋ ਸਾਡੇ ਹਾਲਾਤ ਹੈ ਉਸ ਤੋਂ। ਏਦਾਂ ਹੀ ਸੂਬਾਈ ਸਰਕਾਰਾਂ ਜਿਹੜੀਆਂ ਨੇ ਉਹ 25% ਵੱਧ ਕਰਜ਼ਾ ਲੈ ਚੁੱਕੀਆਂ ਨੇ ਜਿੰਨਾ ਉਹਨਾਂ ਨੂੰ ਕਰਜ਼ਾ ਲੈਣਾ ਚਾਹੀਦਾ ਆਪਣੇ ਮੌਜੂਦਾ ਹਾਲਾਤ ਦੇ ਵਿੱਚ। ਉਸ ਤੋਂ ਬਾਅਦ ਜਿਹੜੇ KP ਜੀ ਤੁਸੀਂ ਤਾਂ ਇੰਨੇ ਸ਼ੋਅ ਕਰਦੇ ਹੋ, ਤੁਹਾਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਦੇ ਬਾਰੇ ਪਤਾ ਹੈ, ਇਲਮ ਹੈ ਬਈ ਸਟੇਟਸ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ। ਉਹ ਕਰਦੀਆਂ ਕਿ ਆਫ ਬਜਟ ਬੋਰਿੰਗਸ, ਜੋ ਉਹ ਕਰਜ਼ਾ ਚੱਕਣਾ ਜਿਹੜਾ ਦਿਖਾਉਣਾ ਨਹੀਂ, ਬਜਟ ਦੇ ਵਿੱਚ ਨਹੀਂ ਦਿਖਾਣਾ, ਉਹਨੂੰ ਫੂਡ ਕਾਰਪੋਰੇਸ਼ਨ ਆਫ ਇੰਡੀਆ ਸੈਂਟਰ ਗਵਰਨਮੈਂਟ ਦਿਖਾ ਦੇਗੀ। ਸਟੇਟ ਜਿਹੜੀਆਂ ਕਿਸੇ ਜੇਲ੍ਹ ਨੂੰ ਵੇਚ ਦੇਣਗੀਆਂ, ਜੇਲ੍ਹ ਨੂੰ ਗਿਰਵੀ ਰੱਖ ਦੇਣਗੀਆਂ, ਕੋਈ DC ਆਫਿਸ ਗਿਰਵੀ ਰੱਖ ਦੇਣਗੀਆਂ। ਇਹ ਕਰਜ਼ੇ ਲੈ ਕੇ ਮੁਫਤ ਸਹੂਲਤਾਂ ਦੇਣੀਆਂ, ਇਹ ਘਾਤਕ ਹੈ। ਚਲੋ ਲੁਕੋ ਕੇ ਪੰਜਾਬ ਨੇ ਵੀ ਕਰਜ਼ਾ ਚੁੱਕ ਲਿਆ, ਤੇ ਜਦੋਂ ਪੰਜਾਬ ਕਰਜ਼ਾ ਚੁੱਕਦਾ ਤਾਂ ਫਿਰ ਸਵਾਲ ਹੁੰਦਾ ਕਿ ਪੰਜਾਬ ਜਿਹੜਾ ਬੱਚਾ ਜੰਮਦਾ ਉਹ ਕਰਜ਼ਾ ਹੀ ਜੰਮਦਾ। ਕਰਜ਼ੇ ਵਾਲੀ ਗੱਲ ਖੋਸਲਾ ਸਾਹਿਬ ਨੇ ਕੀਤੀ ਹੈ, ਤੇ ਮੈਨੂੰ ਇਸ ਗੱਲ ਦੇ ਵਿੱਚੋਂ ਇੱਕ ਸੰਕੇਤ ਮਿਲਿਆ, ਕਰਜ਼ਾ ਚੁੱਕ ਕੇ ਜੇ ਤੁਸੀਂ ਆਪਣੀ ਸ਼ਾਨੋ ਸ਼ੌਕਤ ਦਿਖਾ ਰਹੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੀ ਡੁੱਬ ਸਕਦੇ ਹੋ। ਧਿਆਨ ਰੱਖਿਓ, ਬਹੁਤੇ ਮੁਲਕ ਕਰਜ਼ਾ ਚੱਕ ਕੇ ਡੁੱਬੇ ਆ, ਤੇ ਕਰਜ਼ਾ ਚੁੱਕ ਕੇ ਆਪਦੀ ਆਪ ਨੂੰ ਟੋਰਾਂ
ਮਾਰਨ ਵਾਲੇ ਨਾ ਦਿਖਾਇਆ ਕਰੋ, ਸ਼ੇਖ ਚਿੱਲੀ ਨਾ ਬਣਿਆ ਕਰੋ। ਕਰਜ਼ੇ ਚੁੱਕਣਾ ਕੋਈ ਸਿਆਣਪ ਨਹੀਂ ਹੈਗੀ। ਕਰਜ਼ਾ ਚੁੱਕਣਾ ਜ਼ਰੂਰਤ ਜੇ ਹੈ ਤਾਂ ਚੁੱਕੋ, ਜੇ ਗਵਾਂਢੀ ਨੂੰ ਦਿਖਾਉਣਾ ਕਿ ਮੇਰੇ ਕੋਲ ਬਹੁਤ ਕੁਛ ਹੈ ਫਿਰ ਤੁਹਾਡੇ ਲਈ ਖਤਰਨਾਕ ਹੈ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਖੋਸਲਾ ਸਾਡੇ ਨਾਲ। ਡਾਕਟਰ ਖੋਸਲਾ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਵਿੱਚ ਨਾ ਤਸਵੀਰਾਂ ਚੱਲਦੀਆਂ ਪਈਆਂ ਟਮਾਟਰਾਂ ਦੀਆਂ, ਗੰਢਿਆਂ ਦੀਆਂ, ਗੋਭੀ ਦੀਆਂ ਤੇ ਪਾਲਕ ਦੀਆਂ, ਹੋਰ ਸਾਰੀਆਂ। ਲੋਕ ਸੋਚਦੇ ਪਏ ਜਿਹੜੇ ਸਾਹਮਣੇ ਬੈਠੇ ਟੀਵੀ ਦੇ, ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਕਰਦੇ ਪਏ, ਵੱਡੀ ਵੱਡੀ ਗੱਲ ਕਰਦੇ ਪਏ ਡਾਲਰ ਦੀ, ਰੁਪਏ ਦੀ, ਸਾਡੇ ਘਰ ਕੀ, ਸਾਡੀ ਰਸੋਈ ਦਾ ਬਜਟ ਕੀ, ਉਹਦੀ ਗੱਲ ਨਹੀਂ ਕਰਦੇ ਪਏ। ਇਹ ਮਹਿੰਗਾਈ ਤੇ ਜਿਹੜੇ ਵੱਖੋ ਵੱਖਰੇ ਬਿਆਨ ਆਉਂਦੇ ਪਏ ਡਾਕਟਰ ਖੋਸਲਾ, ਇਹਨਾਂ ਨੂੰ ਕਿਵੇਂ ਸਮਝਾਂ? ਕੋਈ ਕਹਿੰਦਾ ਮਹਿੰਗਾਈ ਕਾਬੂ ਹੇਠ ਹੈ, ਅਸੀਂ ਕਾਬੂ ਕਰ ਲਿਆ। ਜੋ ਤੇਲ ਪਹੁੰਚ ਜਾਂਦੇ ਆ ਕਹਿੰਦੇ 100 ਰੁਪਏ ਦੇ ਨੇੜੇ ਤੇਲ ਮਿਲਦਾ ਪਿਆ, ਕਿਹੜੀ ਮਹਿੰਗਾਈ ਕਾਬੂ ਹੇਠ ਹੈ? ਜੋ ਸਬਜ਼ੀ ਲੈਣ ਜਾਂਦੇ ਆ ਕਹਿੰਦੇ ਗੋਭੀ ਇੰਨੀ ਮਹਿੰਗੀ ਮਿਲਦੀ ਪਈ ਆ, ਦਾਲ ਇੰਨੀ ਮਹਿੰਗੀ ਹੈ, ਕਿਹੜੀ ਮਹਿੰਗਾਈ ਕਾਬੂ ਹੇਠ ਹੈ? ਜਦੋਂ RBI ਦੇ ਗਵਰਨਰ ਤੋਂ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਫਿਰ ਵਿਆਜ ਦਰ ਦੀ ਗੱਲ ਕਰਦੇ ਆ। ਇਹ ਸਮਝ ਨਹੀਂ ਆਇਆ। ਮੈਂ ਨਾ ਫਸਿਆ ਜਿਹਾ ਪਿਆ ਇਹਨਾਂ ਮਾਮਲਿਆਂ 'ਚ। ਆਮ ਆਦਮੀ ਦੀ ਗੱਲ ਕਿਤੇ ਨਹੀਂ ਹੋ ਰਹੀ ਡਾਕਟਰ ਖੋਸਲਾ। ਮੈਂ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਦੇਖੋ ਜੀ, ਮਹਿੰਗਾਈ ਜਿਹੜੀ ਹੈ ਬਹੁਤ ਵਧੀ ਹੋਈ ਹੈ। ਸਰਕਾਰ ਦੇ ਅੰਕੜਿਆਂ ਦੇ ਵਿੱਚ ਜਿੰਨੀ ਦਰਜ ਹੋਈ ਹੈ ਉਸ ਤੋਂ ਵੱਧ ਕਿਤੇ ਮਹਿੰਗਾਈ ਮਾਰਕੀਟ ਦੇ ਵਿੱਚ ਹੈ। ਕਿਉਂਕਿ ਸਰਕਾਰ ਦੇ ਅੰਕੜਿਆਂ ਦੇ ਵਿੱਚ ਕੀ ਹੁੰਦਾ ਵੀ ਸਰਕਾਰ ਦੇ ਅੰਕੜੇ ਤਾਂ ਉਹਨੂੰ ਡਿਵਾਈਡ ਕਰ ਦਿੰਦੇ ਆ ਮਹਿੰਗਾਈ ਨੂੰ ਵੀ, ਕਿਉਂਕਿ ਉਹਦੀਆਂ ਸਬ ਡਿਵੀਜ਼ਨਸ ਹੈਗੀਆਂ ਨੇ KP ਜੀ। ਪਹਿਲਾਂ ਤਾਂ ਡਿਵੀਜ਼ਨ ਜਿਹੜੀ ਬਣਦੀ ਹੈ ਉਹ ਸਟੇਟ ਵਾਈਜ਼ ਜਾਂ ਯੂਨੀਅਨ ਟੈਰੀਟਰੀ ਵਾਈਜ਼ ਬਣਦੀ। ਹੋ ਸਕਦਾ ਬੰਗਾਲ ਦੇ ਵਿੱਚ ਮਹਿੰਗਾਈ ਕਿਸੇ ਹੋਰ ਦਰ ਤੇ ਵੱਧ ਰਹੀ ਹੈ, ਪੰਜਾਬ ਦੇ ਵਿੱਚ ਕਿਸੇ ਹੋਰ ਦਰ ਤੇ ਵੱਧ ਰਹੀ ਹੈ। ਫਿਰ ਪੰਜਾਬ ਦੇ ਵਿੱਚ ਵੀ ਫਰਦਰ ਜਿਹੜਾ ਪਿੰਡੂ ਖੇਤਰ ਹੈ ਪੰਜਾਬ ਦਾ, ਉਹਦੇ 'ਚ ਮਹਿੰਗਾਈ ਕਿਸੇ ਹੋਰ ਦਰ ਤੇ ਵੱਧ ਰਹੀ ਹੈ, ਬੰਗਾਲ ਦੇ ਪਿੰਡੂ ਖੇਤਰ 'ਚ ਕਿਸੇ ਹੋਰ ਦਰ ਦੇ ਉੱਤੇ ਵੱਧ ਰਹੀ ਹੈ। ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਵਸਤਾਂ ਨੇ ਉਹਦੇ 'ਚ ਤੇਲ ਦੀ ਮਹਿੰਗਾਈ ਹੈ, ਉਹਦੇ ਸਬਜ਼ੀਆਂ ਦੀ ਮਹਿੰਗਾਈ ਹੈ, ਉਹਦੇ 'ਚ ਫਲਾਂ ਦੀ ਮਹਿੰਗਾਈ ਹੈ, ਉਹਦੇ 'ਚ ਆਟੇ ਦੀ ਮਹਿੰਗਾਈ ਹੈ, ਉਹਦੇ 'ਚ ਸਿਲੰਡਰ ਦੀ ਮਹਿੰਗਾਈ ਹੈ, ਉਹਦੇ 'ਚ ਧਾਤਾਂ ਦੀ ਮਹਿੰਗਾਈ ਹੈ। ਇਹ ਬਹੁਤ ਸਾਰੀਆਂ ਅਲੱਗ-ਅਲੱਗ ਸ਼੍ਰੇਣੀਆਂ ਬਣਾਈਆਂ ਹੋਈਆਂ ਨੇ ਜਿਹਦੇ 'ਚ ਮਹਿੰਗਾਈ ਨੂੰ ਨਾਪਦੇ ਨੇ। ਇਸ ਕਰਕੇ ਜੋ ਸਾਨੂੰ ਲੋਕਾਂ ਨੂੰ, ਆਮ ਲੋਕਾਂ ਨੂੰ ਮਹਿੰਗਾਈ ਨਜ਼ਰ ਆਉਂਦੀ ਹੈ ਜਦੋਂ ਅਸੀਂ ਸਬਜ਼ੀ ਮੰਡੀਆਂ ਦੇ ਵਿੱਚ ਜਾਂਦੇ ਹਾਂ ਖਰੀਦਣ ਦੇ ਲਈ ਚੀਜ਼ਾਂ, ਤੇ ਜੋ ਸਰਕਾਰ ਦੇ ਅੰਕੜੇ ਦੱਸਦੇ ਆ ਉਹਨਾਂ ਦੇ ਵਿੱਚ ਜ਼ਰੂਰ ਕਿਸੇ ਨਾ ਕਿਤੇ ਫਰਕ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸਰਕਾਰ ਦੇ ਅੰਕੜੇ ਸਿਰਫ ਇੱਕ ਇੰਨਾ ਕੁ ਦੱਸ ਦਿੰਦੇ ਵੀ ਇਨਕਰੀਜ਼ ਹੋ ਰਹੀ ਹੈ ਜਾਂ ਡਿਕਰੀਜ਼ ਹੋ ਰਹੀ ਹੈ, ਮਹਿੰਗਾਈ ਵਧਣ ਵਾਲੀ ਹੈ ਜਾਂ ਘਟਣ ਵਾਲੀ ਹੈ, ਲੇਕਿਨ ਮਹਿੰਗਾਈ ਹੈ, ਸਾਨੂੰ ਮੰਨਣਾ ਪਏਗਾ। ਔਰ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਵਿੱਚ ਇਦਾਂ ਲੱਗਦਾ ਵੀ ਮਹਿੰਗਾਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਸਕਦੀ ਹੈ। ਹਜੇ ਮਹਿੰਗਾਈ ਤੇ ਠੱਲ ਜਿਹੜੀ ਹੈ ਛੇਤੀ ਪੈਂਦੀ ਨਜ਼ਰ ਨਹੀਂ ਆ ਰਹੀ। ਨਹੀਂ ਖੋਸਲਾ ਜੀ, ਆਲਮੀ ਪੱਧਰ ਤੇ ਮਹਿੰਗਾਈ ਤੇ ਕਾਬੂ ਕਰ ਲੈਂਦੀਆਂ ਬਾਕੀ ਕੰਟਰੀਜ਼, ਸਾਡੇ ਅਸੀਂ ਮਹਿੰਗਾਈ ਨੂੰ ਕਾਬੂ ਨਹੀਂ ਕਰ ਪਾਉਂਦੇ, ਫਿਰ ਸਾਡੀ ਇਕਨੋਮੀ ਦਾ ਭਵਿੱਖ ਕੀ ਹੈਗਾ? ਦੇਖੋ ਜੀ, ਸਾਡੇ ਲਈ ਸਮੱਸਿਆਵਾਂ ਖੜੀਆਂ ਨੇ, ਸਾਡੇ ਲਈ ਹੋਰ ਸਮੱਸਿਆਵਾਂ ਵਧਣਗੀਆਂ। ਆਲਮੀ ਪੱਧਰ ਦੇ ਉੱਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਮਹਿੰਗਾਈ ਘਟ ਰਹੀ ਹੈ, ਬਿਲਕੁਲ ਠੀਕ ਹੈ। ਉਹਦੇ ਨਾਲ ਹੋ ਕੀ ਰਿਹਾ KP ਜੀ, ਜਿਹੜੀ ਥੋਕ ਮਹਿੰਗਾਈ ਹੈ ਉਹ ਤਾਂ ਘਟ ਰਹੀ ਹੈ, ਕਿਉਂਕਿ ਅਸੀਂ ਜੋ ਚੀਜ਼ਾਂ ਬਾਹਰੋਂ ਜਿਨ੍ਹਾਂ ਨੇ ਨਿਰਮਾਣ ਕਰਨਾ, ਜਿਹੜੀਆਂ ਚੀਜ਼ਾਂ ਨੂੰ ਲਿਆ ਕੇ ਅਸੀਂ ਬਣਾਉਣੀਆਂ ਨੇ ਚੀਜ਼ਾਂ, ਜੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦਾ ਰੇਟ ਘਟੇਗਾ ਤਾਂ ਨੈਚੁਰਲ ਹੈ ਸਾਡਾ ਮੈਨੂਫੈਕਚਰਿੰਗ ਸੈਕਟਰ ਜਿਹੜਾ ਹੈ, ਜਿਹੜਾ ਵਪਾਰੀ ਹੈ, ਉਹਦੇ ਲਈ ਜਾਂ ਹੋਲਸੇਲ ਪ੍ਰਾਈਸ ਇੰਡੈਕਸ ਜਿਹਨੂੰ ਕਹਿੰਦੇ ਆ, ਜਿਹੜੀ ਥੋਕ ਮਹਿੰਗਾਈ ਹੈ ਉਹ ਤਾਂ ਜ਼ਰੂਰ ਘਟੇਗੀ। ਪਰ ਜਿਹੜਾ ਪਿਛਲਾ ਬੈਕਲੌਗ ਹੈ, ਜਿਹੜੀ ਜਦੋਂ ਤੱਕ ਉਸ ਬੰਦੇ ਨੇ, ਉਸ ਵਪਾਰੀ ਨੇ 2 ਮਹੀਨੇ 3 ਮਹੀਨੇ 6 ਮਹੀਨੇ ਜਦ ਤੱਕ ਉਹਨੇ ਮਹਿੰਗੀਆਂ ਦਰਾਂ ਦੇ ਉੱਤੇ ਆਪਣੇ ਰਾ ਮਟੀਰੀਅਲ ਨੂੰ ਖਰੀਦਿਆ, ਆਪਣੇ ਕੱਚੇ ਮਾਲ ਨੂੰ ਖਰੀਦਿਆ, ਉਹ ਹੌਲੀ ਲੋਕਾਂ ਤੱਕ ਉਹਨੂੰ ਟਰਾਂਸਫਰ ਕਰਦਾ। ਸਾਡੇ ਉੱਤੇ ਮਹਿੰਗਾਈ ਜਿਹੜੀ ਹੈ ਹੌਲੀ ਤਬਦੀਲ ਹੁੰਦੀ ਹੈ। ਜਿਹੜੀ ਪਰਚੂਨ ਦੀ ਮਹਿੰਗਾਈ ਹੈ ਉਹ ਹੌਲੀ ਵੱਧਦੀ ਹੈ। ਜੇ ਹੁਣ ਵੀ ਅਸੀਂ ਦੇਖੀਏ ਜਿਹੜੇ ਅੰਕੜੇ ਨੇ ਉਹਨਾਂ ਦੇ ਵਿੱਚ, ਜੇ ਅਸੀਂ ਬੜਾ ਸਪਸ਼ਟ ਤੌਰ ਤੇ ਸਾਨੂੰ ਨਜ਼ਰ ਆਉਂਦਾ ਜਦੋਂ ਅਸੀਂ ਦੇਖਦੇ ਹਾਂ, ਹੋਲਸੇਲ ਇਨਫਲੇਸ਼ਨ ਜਿਹੜੀ ਹੈ ਇਸ ਵੇਲੇ ਵੀ 12-12.5% ਦੇ ਉੱਤੇ ਹੈ, ਤੇ ਜਿਹੜੀ ਕੰਜ਼ਿਊਮਰ ਇਨਫਲੇਸ਼ਨ ਉਹ 7% ਤੇ, ਰਿਟੇਲ ਦੀ ਇਨਫਲੇਸ਼ਨ। ਇਹਦਾ ਮਤਲਬ ਹੈ ਵੀ ਜਿਹੜਾ ਐਡਾ ਬੜਾ ਗੈਪ ਪਿਆ ਹੋਇਆ, ਵਪਾਰੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉੱਤੇ ਮਹਿੰਗਾਈ ਦੀ ਮਾਰ ਹੋਰ ਮਾਰਨੀ ਹੈ। ਨਹੀਂ, ਇਹਦਾ ਮਤਲਬ ਇਹ ਹੈ ਵੀ ਸਟਾਕ ਕੀਤਾ ਹੁੰਦਾ, ਭੰਡਾਰਨ ਕਰ ਲਿਆ ਜਾਂਦਾ। ਮੈਂ ਥੋੜਾ ਸੌਖੇ ਸ਼ਬਦਾਂ ਸਮਝਣਾ ਚਾਹੁੰਦਾ। ਨਹੀਂ, ਸਟਾਕ ਨਹੀਂ, ਇਹਦਾ ਮਤਲਬ ਇਹ ਹੈ ਵੀ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਜਦੋਂ
ਉਹਨੇ ਇੱਕਦਮ ਨਹੀਂ ਵਧਾਈ। ਜੇ ਅਸੀਂ ਦੇਖੋ ਜੀ, ਜੇ ਅਸੀਂ ਸਟੀਲ ਦੀ ਗੱਲ ਕਰੀਏ, ਸਟੀਲ ਜਾਂ ਕੋਲਾ ਜਿਹੜਾ ਸੀ, ਇਹ ਜਦੋਂ ਰਸ਼ੀਆ ਯੂਕਰੇਨ ਦੀ ਜੰਗ ਹੋਈ, ਸਟੀਲ ਤੇ ਕੋਲਾ ਵੱਧ ਗਿਆ। ਫਰਵਰੀ ਮਾਰਚ ਦੇ ਵਿੱਚ ਜਦੋਂ ਜੰਗ ਹੋਈ, ਮਾਰਚ ਦੇ ਵਿੱਚ ਆਮ ਤੌਰ ਤੇ ਕੋਲੇ ਦੀਆਂ ਕੀਮਤਾਂ ਵੱਧ ਗਈਆਂ ਜਾਂ ਸਟੀਲ ਦੀਆਂ, ਐਲੂਮੀਨੀਅਮ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਲੇਕਿਨ ਉਸ ਬੰਦੇ ਨੇ, ਜਿਹੜਾ ਵਪਾਰੀ ਸੀ, ਉਹਨੇ ਇੱਕਦਮ ਚੀਜ਼ਾਂ ਦੇ ਰੇਟ ਨਹੀਂ ਵਧਾਏ। ਆਪ ਉਹਨੇ ਆਪਣੇ ਤੱਕ ਰੱਖਿਆ। ਉਸ ਜਿਹੜਾ ਲਾਸ ਸੀਗਾ ਜਾਂ ਜਿਹੜੀਆਂ ਵਧੀਆਂ ਕੀਮਤਾਂ ਸੀਗੀਆਂ ਕੱਚੇ ਮਾਲ ਦੀਆਂ, ਉਹਨੇ ਆਪ ਸਹਿਣ ਕੀਤੀਆਂ। ਹੌਲੀ ਹੌਲੀ ਉਹ ਇਹਨੂੰ ਤਬਦੀਲ ਕਰ ਰਿਹਾ। ਔਰ ਹਜੇ ਤੱਕ ਦੇਖੋ, ਜਿਹੜੀ ਮੈਂ ਗੱਲ ਕਹਿ ਰਿਹਾ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜਾ 7% ਤੇ 13% ਦਾ ਫਰਕ ਹੈ, ਉਹ ਹੌਲੀ ਹੌਲੀ ਉਹ ਸਭ ਤੁਹਾਡੇ ਤੇ ਤਬਦੀਲ ਕਰੀ ਜਾ ਰਿਹਾ। ਹੁਣ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਨਾਂ ਚੀਜ਼ਾਂ ਦੇ ਰੇਟ ਗਿਰਨੇ ਸ਼ੁਰੂ ਹੋ ਗਏ ਹੈ, ਤਾਂ ਉਹ ਇਹ ਗਿਰਾਏਗਾ ਵੀ ਹੌਲੀ ਹੌਲੀ। ਇਦਾਂ ਨਹੀਂ ਹੈ ਕਿ ਇੱਕਦਮ ਹੀ ਗਿਰਾ ਦੇਗਾ, ਤੁਹਾਨੂੰ ਪੂਰੀ ਰਿਆਇਤ ਦੇ ਦੇਗਾ, ਨਹੀਂ। ਉਹਨੇ ਵਧਾਈਆਂ ਵੀ ਹੌਲੀ ਹੌਲੀ ਹੈ, ਉਹਨੇ ਗਿਰਾਉਣੀਆਂ ਵੀ ਹੌਲੀ ਹੌਲੀ ਹੈ। ਇਸ ਕਰਕੇ ਹਜੇ ਮਹਿੰਗਾਈ, ਜਿਹੜੀ ਮੈਂ ਗੱਲ ਕਹੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ 5 4 6 ਮਹੀਨੇ ਸਾਲ ਹਜੇ ਮਹਿੰਗਾਈ ਰਹੇਗੀ। ਉਸ ਤੋਂ ਇਲਾਵਾ ਜਿਹੜੀ ਸਾਡੀਆਂ ਜਿਹੜੀ ਗੱਲ ਆਪਾਂ ਕਰ ਰਹੇ ਸੀ ਵੀ ਸਾਡੀਆਂ ਇੰਟਰਨਲ ਪਾਲਿਸੀਜ਼ ਜਿਹੜੀਆਂ ਨੇ, ਉਹ ਵੀ ਕਿਤੇ ਨਾ ਕਿਤੇ ਮਹਿੰਗਾਈ ਨੂੰ ਵਧਾਉਣ ਦੇ ਵਿੱਚ ਕਾਰਗਰ ਨੇ। ਉਹਦੇ ਚ ਕੀ ਹੋ ਰਿਹਾ ਵੀ ਇਸ ਵੇਲੇ ਦੇਖੋ, ਵੀਟ ਤੋਂ ਅਸੀਂ ਜੇ ਕਣਕਾਂ ਦੀ ਗੱਲ ਕਰੀਏ, ਕਣਕਾਂ ਦੇ ਉੱਤੇ ਐਤਕੀ ਸਾਨੂੰ ਪਤਾ ਵੀ ਗਰਮੀ ਛੇਤੀ ਪੈ ਗਈ, ਤਾਂ ਕਣਕਾਂ ਖਰਾਬ ਵੀ ਬਹੁਤ ਹੋਈਆਂ। ਤਾਂ ਕਣਕਾਂ ਜਿਹੜੀਆਂ ਨੇ ਪੂਰੀਆਂ ਨਹੀਂ ਪਹੁੰਚੀਆਂ, ਜਿੰਨੀ ਸਰਕਾਰ ਦੇ ਭੰਡਾਰ ਦੇ ਵਿੱਚ ਕਣਕ ਹੋਣੀ ਚਾਹੀਦੀ ਉਨੀ ਨਹੀਂ ਪਹੁੰਚੀ। ਲੇਕਿਨ ਸਰਕਾਰ, ਇਸ ਕਰਕੇ ਸਰਕਾਰ ਨੇ ਉਹਦੇ ਐਕਸਪੋਰਟ ਦੇ ਉੱਤੇ ਬੈਨ ਲਾ ਦਿੱਤਾ। ਪਰ ਆਟਾ ਜਿਹੜਾ ਸਰਕਾਰ ਨੇ ਉਹਦੇ ਤੇ ਬੈਨ ਨਹੀਂ ਲਾਇਆ। ਆਟੇ ਦੇ ਉੱਤੇ ਬੈਨ ਜਿਹੜਾ 13 ਮਈ ਨੂੰ ਸਰਕਾਰ ਨੇ ਕਣਕ ਦੇ ਉੱਤੇ ਬੈਨ ਲਾਇਆ ਸੀ, ਆਟੇ ਉੱਤੇ ਬੈਨ ਲੱਗਾ 24 ਅਗਸਤ ਨੂੰ ਜਾ ਕੇ। ਤਾਂ ਲੋਕਾਂ ਨੇ, ਜਿਨ੍ਹਾਂ ਨੇ ਖਰੀਦਣੀਆਂ ਸੀਗੀਆਂ, ਉਹਨਾਂ ਨੇ ਖਰੀਦ ਕੇ ਬਾਹਰਲੇ ਮੁਲਕਾਂ ਨੂੰ ਉਹਨੂੰ ਐਕਸਪੋਰਟ ਕਰ ਲਿਆ। ਹੁਣ ਇਹੀ ਚੀਜ਼ ਜਿਹੜੀ ਹੈ ਚੌਲਾਂ ਦੇ ਵਿੱਚ ਹੋਣ ਵਾਲੀ ਹੈ। ਚੌਲਾਂ ਦਾ ਜਿਹੜਾ ਰਕਬਾ ਹੈ, ਜਿਹੜਾ ਰਕਬਾ ਹੈ ਚੌਲਾਂ ਦਾ, ਉਹ ਘਟਿਆ ਐਤਕੀ 8%। ਸਰਕਾਰ ਦਾ ਜਿਹੜਾ ਅੰਕੜਾ ਉਹ ਕਹਿੰਦਾ 8% ਚੌਲਾਂ ਦਾ ਰਕਬੇ ਦੇ ਵਿੱਚ ਕਮੀ ਆਈ ਹੈ, ਜਿਹਦੇ ਕਾਰਨ ਚੌਲਾਂ ਦੀ ਜਿਹੜੀ ਪੈਦਾਵਾਰ ਹੈ ਉਹ ਘਟੇਗੀ। ਇਸੇ ਤਰੀਕੇ ਦੇ ਨਾਲ ਦਾਲਾਂ ਜਿਹੜੀਆਂ ਨੇ, ਉਹਨਾਂ ਦੀ ਪੈਦਾਵਾਰ ਵੀ ਘਟੇਗੀ, ਕਿਉਂਕਿ ਦਾਲਾਂ ਜਿਹੜੇ ਖੇਤਰ ਦੇ ਵਿੱਚ ਲੱਗਦੀਆਂ ਨੇ, ਭਾਵੇਂ ਉਹ ਗੁਜਰਾਤ ਹੈ ਜਾਂ ਰਾਜਸਥਾਨ ਹੈ, ਉੱਥੇ ਬਰਸਾਤ ਜ਼ਿਆਦਾ ਹੋ ਗਈ ਹੈ। ਤਾਂ ਇਹ ਜਿਹੜੀਆਂ ਚੀਜ਼ਾਂ, ਹੁਣ ਸਰਕਾਰ ਇਹਨਾਂ ਦੇ ਬਾਰੇ ਕੀ ਕਰਦੀ ਹੈ? ਕਿਆ ਰਿਆਇਤ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ? ਇੱਕ ਤਾਂ ਇਹ ਸਵਾਲ ਖੜਾ ਹੁੰਦਾ, ਜੇ ਰਿਆਇਤ ਦੇਗੀ ਤਾਂ ਸਾਡੇ ਉੱਤੇ ਮਹਿੰਗਾਈ ਦੀ ਮਾਰ ਘੱਟ ਪਏਗੀ, ਜੇ ਨਹੀਂ ਸਰਕਾਰ ਰਿਆਇਤ ਦੇਗੀ ਤਾਂ ਮਹਿੰਗਾਈ ਇਹਨਾਂ ਦੀ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੈ। ਦੂਸਰੀ ਚੀਜ਼ ਜਿਹੜੀ ਹੈ KP ਜੀ, ਸਤੰਬਰ 30 ਤੱਕ ਸਰਕਾਰ ਨੇ ਜਿਹੜੀ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ ਹੈਗੀ ਹੈ, ਜਿਹਦੇ ਤਹਿਤ 80 ਕਰੋੜ ਲੋਕਾਂ ਨੂੰ ਜਿਹੜਾ ਚੌਲ ਤੇ ਜਿਹੜੇ ਕਣਕ ਹੈ ਜਾਂ ਜਿਹੜਾ ਚਨੇ ਨੇ ਦਿੱਤੇ ਜਾਂਦੇ ਨੇ, ਹੁਣ ਸਰਕਾਰ ਉਹਨੂੰ ਅੱਗੇ ਲੈ ਕੇ ਜਾਂਦੀ ਹੈ ਜਾਂ ਨਹੀਂ? ਬਹੁਤ ਵੱਡੀ ਇੱਕ ਸਵਾਲੀਆ ਨਿਸ਼ਾਨ ਹੈ ਇਸ ਚੀਜ਼ ਤੇ, ਕਿਉਂਕਿ ਇਹਦੇ 10 ਕੁ ਦਿਨ ਰਹਿੰਦੇ ਨੇ। ਕਿਆ 30 ਸਤੰਬਰ ਤੋਂ ਬਾਅਦ ਸਰਕਾਰ ਉਹਨੂੰ ਅੱਗੇ ਵਧਾਉਂਦੀ ਹੈ? ਜੇ ਨਹੀਂ ਵਧਾਉਂਦੀ ਹੈ ਤਾਂ ਲੋਕ ਤਿਆਰ ਰਹਿਣ ਵੱਧ ਕੀਮਤਾਂ ਦੇ ਉੱਤੇ ਹੋਰ ਵਸਤਾਂ ਜਿਹੜੀਆਂ ਨੇ ਖਰੀਦਣ ਦੇ ਲਈ ਮਹਿੰਗਾਈ ਤੇ। ਤੀਸਰੀ ਚੀਜ਼ ਜਿਹੜੀ ਹੈ, ਜਿਹੜਾ ਦੁੱਧ ਦੇ ਰੇਟ ਵੱਧ ਰਹੇ ਨੇ, ਜਿਹੜਾ ਸਾਡੇ ਕੋਲ ਲੰਪੀ ਸਕਿਨ ਡਿਜ਼ੀਜ਼ ਜਿਹੜਾ ਐਨੀਮਲਸ ਦੇ ਵਿੱਚ, ਪਸ਼ੂਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ, ਜਿਹਦੇ ਕਰਕੇ ਅਮੂਲ ਨੇ, ਮਦਰ ਡੇਅਰੀ ਨੇ, ਵੇਰਕਾ ਨੇ, ਸਾਰਿਆਂ ਨੇ ਰੇਟ ਵਧਾਏ ਹੈ। ਇਹ ਮਹਿੰਗਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਮਾਰੇਗੀ। ਇਹਦੇ ਨਾਲ ਦੁੱਧ ਦੀਆਂ ਸਾਰੀਆਂ ਕਿਸਮਾਂ ਜਿਹੜੀਆਂ, ਉਹਨਾਂ ਦੇ ਰੇਟ ਵਧਨੇ ਹੈ। 5% ਜਿਹੜੀ ਸਰਕਾਰ ਨੇ GST ਵਧਾਈ ਹੈ, ਜਿਹੜਾ ਪ੍ਰੀ ਪੈਕੇਜ ਜਿਹੜੇ ਫੂਡਸ ਨੇ ਉਹਨਾਂ ਦੇ ਉੱਤੇ, ਉਹ ਵੀ ਹਜੇ ਆਉਣ ਵਾਲੀ ਹੈ। ਚਲੋ, ਤੁਸੀਂ GST ਦੀ ਗੱਲ ਕਰ ਲਈ, ਮੈਂ ਕਰਨੀ ਸੀਗੀ। ਪਸ਼ੂ ਧਨ ਸਾਡੇ ਕੋਲ ਜਾ ਰਿਹਾ, ਜਿਹੜਾ ਧਨ ਤੁਹਾਡੀ ਜੇਬ 'ਚ ਹੈਗਾ ਉਹ ਵੀ ਜਾਊਗਾ, ਕਿਉਂਕਿ ਮਹਿੰਗਾਈ ਵਧੂਗੀ। ਕਿਉਂਕਿ ਕੁਦਰਤ ਦਾ ਕਹਿਰ ਤੇ ਬਿਮਾਰੀਆਂ ਦੇ ਪ੍ਰਕੋਪ ਆ ਜਿਹੜੇ, ਉਹਨਾਂ ਨੂੰ ਅੱਗੇ ਰੱਖ ਕੇ ਹੀ ਪਲਾਨ ਤਿਆਰ ਕੀਤੇ ਜਾਂਦੇ ਆ। ਜਦੋਂ ਉਹਨਾਂ ਨੂੰ ਅੱਗੇ ਰੱਖ ਕੇ ਰੋਡ ਮੈਪ ਤਿਆਰ ਹੁੰਦੇ ਆ, ਫਿਰ ਉਸ ਦੇ ਵਿਚਾਲੇ ਰੂਸ ਯੂਕਰੇਨ ਦੀ ਜੰਗ ਹੈ ਜਿਹੜੀ ਤੁਹਾਡੇ ਸਾਹਮਣੇ ਪਈ ਹੋਵੇ, ਉਦੋਂ ਜਿਹੜੇ ਖਾਦ ਪਦਾਰਥ ਹੈਗੇ ਆ, ਅੰਨ ਹੈਗਾ, ਉਹਨਾਂ 'ਤੇ ਸੰਕਟ ਪੈਦਾ ਹੋਣਾ ਸੁਭਾਵਿਕ ਹੈ। ਹਾਲਾਂਕਿ ਭਾਰਤ ਨੇ ਦਾਅਵਾ ਕੀਤਾ ਕਿ ਸਾਡੇ ਕੋਲੇ ਬਹੁਤ ਸਾਰੇ ਭੰਡਾਰਨ ਹੈਗੇ ਆ, ਪਰ ਜਿਹੜੀ ਕੁਦਰਤੀ ਮਾਰ ਪਈ ਹੈ, ਜਿਹੜੀ ਰੂਸ ਯੂਕਰੇਨ ਜਿਹੜਾ ਦੂਜੇ ਦੇਸ਼ਾਂ ਨੂੰ ਮਾਲ ਭੇਜਦਾ ਹੁੰਦਾ ਸੀ, ਅਨਾਜ ਭੇਜਦਾ ਹੁੰਦਾ ਸੀਗਾ, ਉਸ 'ਤੇ ਅਸਰ ਪਿਆ। ਉਸ ਦੇ ਵਿਚਾਲੇ UN ਦੀ ਰਿਪੋਰਟ ਵੀ ਸਾਨੂੰ ਡਰਾਉਂਦੀ ਹੈ ਕਿ ਭੁੱਖਮਰੀ ਕਿੰਨੀ ਵੱਧਦੀ ਪਈ ਹੈ। ਇਸ ਦੇ ਵਿਚਾਲੇ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ ਤੇ ਆਮ ਆਦਮੀ ਤੱਕ ਕਿੰਨੀ ਪਹੁੰਚਦੀ ਹੈ। ਸਾਡਾ ਸਵਾਲ ਇਹੀ ਹੈ। ਵਾਪਸ ਆ ਰਹੇ।
एक बार फिर थोड़ा स्वागत करते हैं। डॉक्टर राजीव खोसला ਅਰਥ-ਸ਼ਾਸਤਰੀ ਸਾਡੇ ਨਾਲ ਮੌਜੂਦ ਹੈ ਕਿ ਡਾਕਟਰ ਖੋਸਲਾ ਹੋਰਾਂ ਨੇ ਬੜੇ ਆਰਟੀਕਲਸ ਲਿਖੇ ਆ, ਬਹੁਤ ਰਿਸਰਚ ਕਰਦੇ ਆ ਤੇ ਉਸ ਤੋਂ ਬਾਅਦ ਸਾਡੇ ਕੋਲੇ ਆ ਕੇ ਤੁਹਾਨੂੰ ਵੀ ਸਮਝਾਉਂਦੇ। ਡਾਕਟਰ ਖੋਸਲਾ, ਇੱਕ ਮੇਰਾ ਸਵਾਲ ਹੈ, ਉਹਨੂੰ ਤਿੰਨ ਤਰ੍ਹਾਂ ਤਰੀਕੇ ਨਾਲ ਸੋਚ ਕੇ ਮੈਨੂੰ ਜਵਾਬ ਦਿਓ। ਇੱਕ ਪਾਸੇ ਭੁੱਖਮਰੀ ਵੱਧਦੀ ਪਈ ਹੈ, ਇੱਕ ਪਾਸੇ ਅਰਥ ਵਿਵਸਥਾ ਮਜ਼ਬੂਤ ਹੁੰਦੀ ਪਈ ਹੈ, ਇੱਕ ਪਾਸੇ ਸਾਡੇ ਸਾਹਮਣੇ ਡਾਟਾ ਹੈ ਕਿ ਦਿਹਾੜੀ ਮਜ਼ਦੂਰ ਕਰਨ ਵਾਲੇ ਖੁਦਕੁਸ਼ੀ ਕਰਦੇ ਪਏ, ਤੇ ਇੱਕ ਪਾਸੇ ਮੇਰੇ ਕੋਲ ਡਾਟਾ ਹੈ ਕਿ ਰੁਜ਼ਗਾਰ ਮਿਲਦਾ ਨਹੀਂ ਪਿਆ। ਮੈਂ ਤਿੰਨ ਪਾਸੇ ਕਿਹਾ ਸੀ, ਚਾਰ ਕੋਨੇ ਸੋਚ ਕੇ ਜਵਾਬ ਦਿਓ ਡਾਕਟਰ ਖੋਸਲਾ ਮੈਨੂੰ। ਦੇਖੋ ਜੀ, ਇਹ ਜਿਹੜਾ ਸਵਾਲ ਹੈ ਨਾ ਜੀ, ਇਹ ਤਿੰਨੇ ਚਾਰੇ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਨੇ, ਇਹ ਇੱਕੋ ਜਗ੍ਹਾ ਤੇ ਆ ਕੇ ਜੁੜਦੀਆਂ ਨੇ ਸਾਰੀਆਂ, ਔਰ ਇਹਦਾ ਜਵਾਬ ਹੈ ਵੀ ਸਾਡੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹ ਕਿਤੇ ਨਾ ਕਿਤੇ ਅਫੈਕਟ ਕਰਦੀਆਂ ਨੇ ਸਾਨੂੰ। ਸਰਕਾਰਾਂ ਨੇ ਸਾਨੂੰ ਪਿਛਲੇ ਕਰੋਨਾ ਤੋਂ ਜਦੋਂ ਅਸੀਂ ਦੇਖੀਏ 20 ਲੱਖ ਕਰੋੜ ਦਾ ਪੈਕੇਜ ਦਿੱਤਾ ਸਰਕਾਰ ਨੇ, ਕੇਂਦਰ ਸਰਕਾਰ ਨੇ, ਸੂਬਾਈ ਸਰਕਾਰਾਂ ਨੇ ਪੈਕੇਜ ਦਿੱਤੇ। ਉਸ ਤੋਂ ਇਲਾਵਾ ਜਿਹੜੇ ਲੋਨਸ ਨੇ, ਲੋਕਾਂ ਨੇ ਕਰਜ਼ੇ ਜਿਹੜੇ ਲਿੱਤੇ ਹੋਏ ਸੀ ਉਹ ਮੁਲਤਵੀ ਕੀਤੇ, ਕੰਪਨੀਆਂ ਦੇ ਕਰਜ਼ੇ ਮੁਲਤਵੀ ਕੀਤੇ, ਕ੍ਰੈਡਿਟ ਗਰੰਟੀਆਂ ਦਿੱਤੀਆਂ ਵੀ ਤੁਸੀਂ ਲੋਨ ਲਓ, ਅਸੀਂ ਤੁਹਾਡੇ ਪਿੱਛੇ ਖੜੇ ਹਾਂ। PLI ਸਕੀਮ ਆਈ, ਲੇਕਿਨ ਉਸ ਦੇ ਬਾਵਜੂਦ ਸਰਕਾਰ ਨੇ ਅਣਥਕ ਜਿਹੜੀਆਂ ਐਫਰਟਸ ਨੇ ਉਹ ਕੀਤੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਤੰਤਰ ਹੈ, ਜੋ ਸਾਡਾ ਅਰਥਚਾਰਾ ਹੈ, ਉਹ ਉਹਨੂੰ ਰਿਸਪੌਂਡ ਨਹੀਂ ਕਰ ਰਿਹਾ। ਉਹਦੇ ਕਰਕੇ ਹੋ ਕੀ ਰਿਹਾ ਕਿ ਸਾਡੇ ਕੋਲ ਡਾਟਾ ਦੇ ਵਿੱਚ ਕੋਈ ਗੱਲ ਹੋਰ ਆ ਰਹੀ, ਅੰਕੜੇ ਕੁਝ ਹੋਰ ਗੱਲ ਸ਼ੋ ਕਰ ਰਹੇ ਹੈ, ਸੁਸਾਈਡਸ ਜਿਹੜੇ ਨੇ ਵੱਧ ਰਹੇ ਹੈ, ਬੇਰੁਜ਼ਗਾਰੀ ਵਧੀ ਹੋਈ ਹੈ, ਗਰੀਬੀ ਜਿਹੜੀ ਹੈ ਉਹ ਅਸਮਾਨ ਤੇ ਪਹੁੰਚੀ ਹੋਈ ਹੈ। ਇਹ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਆ ਕੇ ਜੁੜਦੀਆਂ ਨੇ। ਉਹਦਾ ਹੈ ਕਿ ਗਲਤ ਨੀਤੀਆਂ, ਕਿਉਂਕਿ ਸਰਕਾਰ ਐਫਰਟਸ ਕਰ ਰਹੀ ਹੈ, ਲੇਕਿਨ ਜਿਹੜੀਆਂ ਇਹ ਐਫਰਟਸ ਇਹ ਕਿਆ ਇਹ ਠੀਕ ਜਗ੍ਹਾ ਤੇ ਜਾ ਰਹੀਆਂ? ਸਾਨੂੰ ਇਹ ਚੀਜ਼ ਜਿਹੜੀ ਹੈ ਦੇਖਣ ਦੀ ਲੋੜ ਹੈ। ਕਿਉਂ ਨਹੀਂ ਸਾਡਾ ਅਰਥਚਾਰਾ ਸਰਕਾਰ ਦੀਆਂ ਐਫਰਟਸ ਨੂੰ ਰਿਸਪੌਂਡ ਕਰ ਰਿਹਾ? ਕਿਉਂ ਇਦਾਂ ਹੋ ਰਿਹਾ ਕਿ ਸਰਕਾਰ, ਦੇਖੋ ਜੀ, ਇਨਵੈਸਟਮੈਂਟ ਕਰੇਗੀ, ਜਦੋਂ ਸਰਕਾਰ ਨੇ ਨਿਵੇਸ਼ ਕੀਤਾ ਤਾਂ ਰੁਜ਼ਗਾਰ ਆਉਣਾ ਚਾਹੀਦਾ, ਪਰ ਰੁਜ਼ਗਾਰ ਨਹੀਂ ਆ ਰਿਹਾ। ਰੁਜ਼ਗਾਰ ਕਿਉਂ ਨਹੀਂ ਆ ਰਿਹਾ? ਉਹ ਸਾਨੂੰ ਸੋਚਣ ਦਾ ਵਿਸ਼ਾ। ਇਹ ਸਾਰਾ ਜਾ ਕੇ ਜੁੜਦਾ ਡੀਮੋਨੇਟਾਈਜੇਸ਼ਨ ਤੇ, ਜਿਹੜੀ ਸਾਡੀਆਂ ਨੀਤੀਆਂ ਜਿਹੜੀਆਂ ਰਹੀਆਂ ਨੇ। ਡੀਮੋਨੇਟਾਈਜੇਸ਼ਨ ਦੇ ਕਾਰਨ ਹੋਇਆ ਕੀ ਹੈ KP ਜੀ, ਕਿ ਡੀਮੋਨੇਟਾਈਜੇਸ਼ਨ ਤੋਂ ਬਾਅਦ 2016 2017 ਚ GST, 2020 ਦੇ ਵਿੱਚ ਲੋਕਡਾਊਨ, ਇਹ ਜਿਹੜਾ ਰਾਤੋਂ ਰਾਤ ਕੰਮ ਹੋ ਗਿਆ, ਉਹਨਾਂ ਨੇ ਕਿਤੇ ਨਾ ਕਿਤੇ ਸਾਡੇ ਅਰਥਚਾਰੇ ਤੇ ਵੱਡੀ ਸੱਟ ਮਾਰੀ ਹੈ। ਜਿਹੜਾ ਸਾਡਾ ਦੇਖੋ ਰੁਜ਼ਗਾਰ ਨਿਕਲਦਾ, ਉਹ ਨਿਕਲਦਾ ਛੋਟੀ MSME ਜਿਹਨੂੰ ਕਹਿੰਦੇ ਆ, ਛੋਟਾ ਸੈਕਟਰ ਜਿਹੜਾ ਹੈ, ਛੋਟੀਆਂ ਇੰਡਸਟਰੀਜ਼ ਦੇ ਵਿੱਚੋਂ ਦੀ, ਲਘੂ ਉਦਯੋਗ ਜੀ। ਇਹ ਲਘੂ ਉਦਯੋਗ ਕਿੱਥੋਂ ਚੱਲਦਾ ਸੀ? ਇਹਨੂੰ ਪੈਸਾ ਦਿੰਦਾ ਸੀ ਇਨਫਾਰਮਲ ਸੈਕਟਰ। ਇਹਦੇ ਕਿਉਂਕਿ ਇਹਨਾਂ ਕੋਲ ਇੰਨਾ ਪੈਸਾ ਨਹੀਂ ਵੀ ਇਹ ਜਾ ਕੇ ਬੈਂਕਾਂ ਦੇ ਕੋਲੋਂ ਲੈ ਆਣ। ਇਹ ਉਹ ਵਪਾਰੀ ਨਹੀਂ ਹੈ ਵੀ ਜਿਨ੍ਹਾਂ ਨੂੰ ਬੈਂਕਾਂ ਆਰਾਮ ਦੇ ਨਾਲ ਲੋਨ ਦੇ ਦੇਣਗੇ। ਇਹ ਤਾਂ ਕੁਛ ਨਾ ਕੁਛ ਗਿਰਵੀ ਰੱਖਣਗੇ ਤਾਂ ਲੋਨ ਲੈ ਕੇ ਆਉਣਗੇ, ਆਈ ਚਲਾਈ ਚਲਾਉਣਗੇ। ਹੁਣ ਜਦੋਂ ਡੀਮੋਨੇਟਾਈਜੇਸ਼ਨ ਹੋਈ ਜਾਂ ਜਦੋਂ ਲੋਕਡਾਊਨ ਹੋਇਆ, ਉਹਦਾ ਸਾਰਾ ਸਿੱਧਾ ਅਸਰ ਜਿਹੜਾ ਇਹਨਾਂ ਸੈਕਟਰਸ ਦੇ ਉੱਤੇ ਪਿਆ। ਜਿਹੜੇ ਇੱਥੇ ਕਾਮੇ ਲੱਗੇ ਹੋਏ ਸੀ, ਉਹਨਾਂ ਦਾ ਪ੍ਰਵਾਸ ਅਸੀਂ ਦੇਖਿਆ ਵੀ ਆਪਣਾ ਪਿੰਡਾਂ ਵੱਲ ਨੂੰ ਹੋ ਗਿਆ। ਇਹਨਾਂ ਸੈਕਟਰਸ ਨੇ ਜੋ ਕਰਜ਼ੇ ਜਿੱਥੇ ਲਿੱਤੇ ਹੋਏ ਸੀ ਇਨਫਾਰਮਲ ਸੈਕਟਰ ਤੋਂ, ਜਿੱਥੋਂ ਵੀ, ਕਿਉਂਕਿ ਬੈਂਕਾਂ ਤੋਂ ਤਾਂ ਇਹਨਾਂ ਨੂੰ ਮਿਲੇ ਨਹੀਂ ਸੀ, ਇਹਨਾਂ ਨੂੰ ਮਿਲੇ ਸੀ ਮਥੂਟ ਤੋਂ, HDFC ਜਿਹੜੇ ਬੈਂਕ, ਜਿਹੜਾ ਹਾਊਸਿੰਗ ਵਾਲਾ ਹੈਗਾ ਉਹਦੇ ਤੋਂ, ਜਿਹੜੀਆਂ ਹੋਰ ਇਦਾਂ ਦੀਆਂ ਸੰਸਥਾਵਾਂ ਨੇ ਜਿਹੜੀ ਕੋਈ ਸੋਨਾ ਰੱਖ ਕੇ ਔਰ ਕਰਜ਼ੇ ਦੇ ਦਿੰਦੀਆਂ ਸੀ, ਇਹਨਾਂ ਤੋਂ ਉਹਨਾਂ ਨੇ ਪੈਸਾ ਬੈਂਕਾਂ ਤੋਂ ਲਿੱਤਾ ਸੀ। ਤਾਂ ਜਦੋਂ ਡੀਮੋਨੇਟਾਈਜੇਸ਼ਨ ਦੀ ਮਾਰ ਪਈ ਹੈ ਜਾਂ ਜਦੋਂ ਲੋਕਡਾਊਨ ਹੋ ਗਿਆ, ਇਹ ਲੋਕ ਜਿਹੜੇ ਨੇ ਆਪਣੇ ਕਰਜ਼ੇ ਵਾਪਸ ਨਹੀਂ ਕਰ ਸਕੇ ਜੀ। ਜਦੋਂ ਇਹ ਕਰਜ਼ੇ ਨਹੀਂ ਵਾਪਸ ਕਰ ਸਕੇ ਤਾਂ ਜਿਹੜਾ ਨਾਨ ਬੈਂਕਿੰਗ ਫਾਈਨੈਂਸ਼ੀਅਲ ਕੰਪਨੀਆਂ ਨੇ, ਜਿਹੜੀਆਂ ਬੈਂਕਾਂ ਤੋਂ ਇਲਾਵਾ ਕੰਪਨੀਆਂ ਜਿਹੜੀਆਂ ਲੋਨ ਦੇ ਰਹੀਆਂ ਸੀ, ਕਰਜ਼ੇ ਦੇ ਰਹੀਆਂ ਸੀ, ਉਹਨਾਂ ਨੂੰ ਝਟਕਾ ਲੱਗਾ। ਜਦੋਂ ਉਹਨਾਂ ਨੂੰ ਝਟਕਾ ਲੱਗਾ, ਬੈਂਕਾਂ ਨੂੰ ਝਟਕਾ ਲੱਗਾ, ਅਸੀਂ ਦੇਖਿਆ ਸਾਡਾ ਸਾਰਾ ਫਾਈਨੈਂਸ਼ੀਅਲ ਸੈਕਟਰ ਹਿੱਲ ਗਿਆ। ਕਰੋਨਾ ਵੇਲੇ ਕਈ ਬੈਂਕ ਜਿਹੜੇ ਸੀਗੇ ਡੁੱਬਣ ਦੀ ਕਗਾਰ ਤੇ ਆ ਗਏ। ਤਾਂ ਇਹ ਇਕੱਠਾ ਜਾ ਕੇ ਜੁੜਦਾ ਕਿਤੇ। ਹੁਣ ਜਿਹੜਾ ਅਗਲਾ ਆਪਾਂ ਇੱਕ ਪੁਆਇੰਟ ਹੋਰ ਦੇਖੀਏ, ਜਦ ਤੱਕ ਇਹ ਸੈਕਟਰ ਜਿਹੜੇ ਨੇ
ਇਹ ਠੀਕ ਕੰਮ ਨਹੀਂ ਕਰਨਗੇ। ਜਦ ਤੱਕ MSME ਸੈਕਟਰ ਜਿਹੜਾ ਕਿ ਨੌਕਰੀਆਂ ਦਿੰਦਾ, ਜਦ ਤੱਕ ਇਹ ਸੈਕਟਰ ਨਹੀਂ ਠੀਕ ਹੋਵੇਗਾ ਤਦ ਤੱਕ ਸਾਡੇ ਕੋਲ ਨੌਕਰੀਆਂ ਜਾਂ ਸਾਡੀ ਸਮੱਸਿਆਵਾਂ ਦੂਰ ਨਹੀਂ ਹੋ ਸਕਣਗੀਆਂ। ਗਵਰਨਮੈਂਟ ਦੀ ਜਿਹੜੀਆਂ ਐਫਰਟਸ ਨੇ, ਸਰਕਾਰ ਨੇ ਕ੍ਰੈਡਿਟ ਗਰੰਟੀਆਂ ਦਿੱਤੀਆਂ, ਸਰਕਾਰ ਨੇ PLI ਸਕੀਮ ਦਿੱਤੀ, ਲੇਕਿਨ ਉਹ ਵੱਡੀਆਂ ਕੰਪਨੀਆਂ ਦੇ ਲਈ ਦਿੱਤੀਆਂ ਜਿਹੜੀਆਂ ਆਲਰੇਡੀ ਚੱਲ ਰਹੀਆਂ। ਜਿਹੜੇ ਨਵੀਂ ਕੰਪਨੀਆਂ ਨੇ ਜਿਨ੍ਹਾਂ ਨੇ ਕਰਜ਼ੇ ਲੈਣੇ, ਉਹਨਾਂ ਦੇ ਲਈ ਕੋਈ ਸਕੀਮ ਨਹੀਂ ਆਈ। ਕਰਜ਼ੇ ਵੀ ਵੱਡਿਆਂ ਦੇ ਮਾਫ ਕੀਤੇ ਆ, ਛੋਟਿਆਂ ਨੂੰ ਪੁੱਛਿਆ ਨਹੀਂ ਜੀ। ਉਹਦੇ ਕਾਰਨ ਕਰਜ਼ੇ, ਇਹ ਵੀ ਠੀਕ ਹੈ ਜੀ, ਕਰਜ਼ੇ ਵੱਡਿਆਂ ਦੇ ਮਾਫ ਕੀਤੇ, ਛੋਟਿਆਂ ਨੂੰ ਨਹੀਂ ਪੁੱਛਿਆ। ਤੁਸੀਂ ਦੇਖੋ KP ਜੀ, ਇਹਦੇ ਨਾਲ ਹੋ ਕੀ ਰਿਹਾ ਜੀ? ਇਹਦੇ ਨਾਲ ਜਿਹੜੇ ਛੋਟੇ ਲੋਕ ਜਿਹੜੇ ਇਨਫਾਰਮਲ ਸੈਕਟਰ ਦੇ ਵਿੱਚ ਲੱਗੇ ਹੋਏ ਸੀ, ਜਿਨ੍ਹਾਂ ਦੀ ਆਮਦਨ ਜਿਹੜੀ 15,000 20,000 ਰੁਪਈਆ ਸ਼ਹਿਰਾਂ ਦੇ ਵਿੱਚ ਆ ਕੇ ਲੈ ਲੈਂਦੇ ਸੀ, ਉਹਨਾਂ ਦੀ ਆਮਦਨ ਟੁੱਟੀ ਹੈ। ਉਹਦੇ ਕਰਕੇ ਹਿੰਦੁਸਤਾਨ ਦਾ ਅਰਥਚਾਰਾ ਜਿਹੜਾ ਥੱਲੇ ਜਾ ਰਿਹਾ, ਰਿਚ ਹੁੰਦਾ ਜਾ ਰਿਹਾ, ਪਾੜਾ ਜਿਹੜਾ ਵੱਧਦਾ ਜਾ ਰਿਹਾ, ਇਨਇਕੁਐਲਿਟੀ ਜਿਹੜੀ ਵੱਧਦੀ ਜਾ ਰਹੀ ਹੈ। ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ, ਉਸ ਤੋਂ ਬਾਅਦ ਆਪਣੀ ਗੱਲ ਖਤਮ ਕਰੂੰਗਾ। ਜਿਹੜੀ ਕਾਰਾਂ ਦੀ ਸੇਲ ਹੈ ਉਹ ਘਟ ਰਹੀ ਹੈ। ਛੋਟੀਆਂ ਕਾਰਾਂ ਦੀ ਸੇਲ ਜਿਹੜੀ ਹੈ ਘਟ ਰਹੀ ਹੈ, ਵੱਡੀਆਂ ਕਾਰਾਂ ਜਿਹੜੀਆਂ ਨੇ ਲਾਈਨਾਂ 'ਚ ਲੱਗ ਕੇ ਮਿਲ ਰਹੀਆਂ ਨੇ। ਮੋਬਾਈਲ 10,000 ਤੋਂ ਥੱਲੇ ਵਾਲੇ ਸੈੱਟ ਜਿਹੜੇ ਹੈ ਨਹੀਂ ਖਰੀਦੇ ਜਾ ਰਹੇ, ਉਹਨਾਂ ਦੀ ਸੇਲ ਡਿੱਗ ਰਹੀ ਹੈ। ਜਿਹੜੇ 40 ਲੱਖ ਤੋਂ ਘੱਟ ਦੇ ਮਕਾਨ ਨੇ, ਉਹਨਾਂ ਦੀ ਸੇਲ ਗਿਰ ਰਹੀ ਹੈ। 2 ਵੀਲਰਸ ਦੀ ਡਿਮਾਂਡ ਗਿਰ ਰਹੀ ਹੈ। ਇਹ ਉਹ ਚੀਜ਼ਾਂ ਨੇ ਜਿਹੜੀਆਂ ਛੋਟੇ ਲੋਕ ਖਰੀਦਦੇ ਸਨ, ਜਿਨ੍ਹਾਂ ਦੀਆਂ ਨੌਕਰੀਆਂ ਚਲੇ ਗਈਆਂ। ਜਦ ਤੱਕ ਇਹਨਾਂ ਨੂੰ ਨੌਕਰੀ ਨਹੀਂ ਮਿਲੇਗੀ, ਅਰਥਚਾਰਾ ਵਾਪਸ ਲੀਹਾਂ ਤੇ ਨਹੀਂ ਆ ਸਕਦਾ। ਚਲੋ ਇੱਕ ਆਖਰੀ ਸਵਾਲ ਡਾਕਟਰ ਰਾਜੀਵ ਖੋਸਲਾ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਚੌਥੇ ਨੰਬਰ ਤੇ ਖੜੇ ਹਾਂ, ਉਦੋਂ ਮੈਂ ਆਪਦੇ ਆਪ ਨੂੰ ਅਮੀਰ ਸਮਝਣ ਦੇ ਖਾਬ ਦੇਖਣ ਦੇ ਵਿੱਚ ਖੜਾ ਮਹਿਸੂਸ ਕਰਾਂ ਜਾਂ ਨਹੀਂ? ਕਿਉਂਕਿ ਜੇ ਮੇਰਾ ਦੇਸ਼ ਦੀ ਅਰਥ ਵਿਵਸਥਾ ਜਾਂ ਮੇਰੇ ਦੇਸ਼ ਦੀ GDP ਵਿਕਾਸ ਦਰ ਜੇ ਆਲਮੀ ਪੱਧਰ ਤੇ ਗੂੰਜਦੀ ਪਈ ਹੈ, ਤਾਂ ਮੇਰਾ ਤਾਂ ਸਿਰ ਫਖਰ ਨਾਲ ਉੱਚਾ ਹੋ ਜਾਣਾ ਚਾਹੀਦਾ। ਡਾਕਟਰ ਖੋਸਲਾ, ਤੁਸੀਂ ਤਾਂ ਜਿਹੜੇ ਅੰਕੜੇ ਮੈਨੂੰ ਗਿਣਾ ਰਹੇ ਹੋ, ਮੈਨੂੰ ਇਹ ਲੱਗਦਾ ਮੇਰੀ ਜੇਬ 'ਚੋਂ ਵੀ ਪੈਸੇ ਕੱਢ ਲਏ ਗਏ ਆ, ਜਿਹੜੇ ਅੰਕੜੇ ਤੁਸੀਂ ਦੱਸੇ ਡਾਕਟਰ ਖੋਸਲਾ। ਇਹ ਠੀਕ ਹੈ ਜੀ, ਸਾਡੇ ਲਈ ਫਕਰ ਦੀ ਗੱਲ ਉਹਨਾਂ ਦੇ ਲਈ ਤਾਂ ਹੈ ਜਿਨ੍ਹਾਂ ਲੋਕਾਂ ਦੇ ਜੇਬਾਂ ਦੇ ਵਿੱਚ ਪੈਸੇ ਨੇ। ਜਿਨ੍ਹਾਂ ਦੀ ਜੇਬਾਂ 'ਚ ਪੈਸੇ ਨਹੀਂ ਹੈ, ਉਹਨਾਂ ਵਾਸਤੇ ਕੋਈ ਫਕਰ ਮਹਿਸੂਸ ਕਰਨ ਵਾਲੀ ਗੱਲ ਨਹੀਂ ਹੈ। ਉਹਨਾਂ ਲਈ ਤਾਂ ਦਾਲ ਰੋਟੀ ਦਾ ਸਮੱਸਿਆ ਜਿਹੜੀ ਹੈ ਸਾਹਮਣੇ ਖੜੀ ਹੈ। ਇੱਕ ਦੂਸਰੀ ਜਿਹੜੀ ਚੀਜ਼ ਹੈ, ਮੈਂ ਮੁੜ ਕੇ ਜਿਹੜੀ ਆਪਾਂ ਓਪਨਿੰਗ ਗੱਲ ਕੀਤੀ ਸੀ ਉੱਥੇ ਆਉਨੇ ਆ ਵੀ ਜਿਹੜੀ ਹਿੰਦੁਸਤਾਨ ਨੇ ਚੌਥੇ ਨੰਬਰ ਤੇ ਆ ਜਾਏ, ਤੀਜੇ ਤੇ ਆ ਜਾਏ, ਪਹਿਲੇ ਤੇ ਆ ਜਾਏ, ਪਰ ਕਿਆ ਇਹ ਜਿਹੜੀ ਇਨਇਕੁਐਲਿਟੀ ਹੈ, ਕਿਆ ਇਹ ਉਹਦੇ ਕਰਕੇ ਹਿੰਦੁਸਤਾਨ ਮਤਲਬ ਰਿਚ ਜਿਹੜਾ ਅਮੀਰ ਹੋ ਕੇ ਉਹਦੇ ਨਾਲ ਅਰਥਚਾਰਾ ਉੱਪਰ ਜਾ ਰਿਹਾ, ਜਾਂ ਸਾਰੇ ਲੋਕਾਂ ਦੀ ਬਰਾਬਰੀ ਦੇ ਨਾਲ ਜਿਹੜਾ ਆਮਦਨ ਹੈ ਵੱਧ ਰਹੀ ਹੈ, ਉਹਦੇ ਨਾਲ ਅਰਥਚਾਰਾ ਉੱਪਰ ਜਾ ਰਿਹਾ? ਇਹ ਦੇਖਣ ਵਾਲਾ ਵਿਸ਼ਾ ਹੈ। ਚਲੋ ਡਾਕਟਰ ਰਾਜੀਵ ਖੋਸਲਾ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਵਕਤ ਕੱਢਿਆ। ਥੈਂਕ ਯੂ ਜੀ। ਇਹ ਸਨ ਡਾਕਟਰ ਰਾਜੀਵ ਖੋਸਲਾ, ਜਿਨ੍ਹਾਂ ਨੇ ਅਖੀਰ ਦੇ ਵਿੱਚ ਇੱਕੋ ਗੱਲ ਮੁਕਾ ਦਿੱਤੀ ਹੈ, ਨੰਬਰ ਜਿਹੜੇ ਮਰਜ਼ੀ ਤੇ ਅਸੀਂ ਪਹੁੰਚ ਜਾਈਏ, ਜਦੋਂ ਤੱਕ ਆਰਥਿਕ ਅਸਾਮਾਪਨ, ਜਦੋਂ ਬਰਾਬਰਤਾ ਵਾਲਾ ਮੁੱਦਾ ਜਿਹੜਾ ਉਹ ਸਾਡੇ ਸਾਹਮਣੇ ਨਹੀਂ ਆਊਗਾ, ਤਾਂ ਉਦੋਂ ਤੱਕ ਇਹ ਮੁੱਦੇ ਨਜਿੱਠੇ ਨਹੀਂ ਜਾਣਗੇ। ਜੇ ਨੰਬਰ ਹੀ ਬਣਾਉਣੇ ਆ, ਜੇ ਨੰਬਰ ਹੀ ਲੈਣੇ ਆ, ਤਾਂ ਫਿਰ ਅਸੀਂ ਬਹੁਤ ਦੂਰ ਤੱਕ ਜਾਵਾਂਗੇ। ਪਰ ਜਦੋਂ ਜ਼ਮੀਨ ਤੇ ਦੇਖਦੇ ਹਾਂ, ਉਦੋਂ ਲੱਗਦਾ ਕਿ ਭੁੱਖਮਰੀ ਹੈ, ਜਿਹੜੀ ਖੁਦਕੁਸ਼ੀ ਹੈ, ਨੌਕਰੀਆਂ ਨਹੀਂ ਮਿਲਦੀਆਂ ਪਈਆਂ, ਮਹਿੰਗਾਈ ਵੱਧਦੀ ਪਈ ਹੈ, ਉਹ ਜ਼ਮੀਨ ਦੇ ਹਾਲਾਤ ਹੈ। ਜੇ 1% ਵਾਲੀ ਉਡਾਰੀ ਦੇਖਣੀ ਹੈ, ਫਿਰ ਦੇਖੀ ਚਲੋ। ਡਾਕਟਰ ਖੋਸਲਾ ਨੇ ਕਿਹਾ, ਮੈਨੂੰ ਤਾਂ ਇਹਨਾਂ ਮੁੱਦਿਆਂ ਬਾਰੇ ਜ਼ਿਆਦਾ ਸਮਝ ਨਹੀਂ ਹੈ। ਬਹੁਤ ਧੰਨਵਾਦ।